ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਸਾਹਿਬ ਜੀ ਸੁਣ ਕੈ ਤਪੇ ਕਹਿਓ ਆਚਾਰ। ਆਰ ਸਭ ਤੀਰਥ ਮੱਜਣ ਬਾਰ। ਕਿਮ ਲਗ ਕਹੋ ਜੇ ਸਭ ਨੇ ਮਾਨੇ। ਮਹਿਮਾ ਮਹਾਪੁਰਾਣ ਬਖਾਨੇ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਸੁਖ ਨਿਦਾਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਕੋਈ ਰਸਨਾ ਵਾਂਝੀ ਨਾ ਰਹੇ। ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਰਮ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ। ਸਤਿਗੁਰੂ ਜੀ ਦੇ ਦਰਸ਼ਨ ਕੀਤੇ ਹੈ। ਗੁਰੂ ਘਰ ਦੀ ਸੰਗਤ ਕਰਨ ਵਾਸਤੇ ਆਪ ਜੀ ਜੁੜੇ ਹੋਏ ਹੋ। ਦੋਵੇਂ ਹੱਥ ਜੋੜੋ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਆਪ ਹੀ ਬੰਦ ਕਰ ਦਿਓ। ਸੋਢੀ ਸੁਲਤਾਨ ਸਤਿਗੁਰੂ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਬੜੇ ਹੀ ਪਿਆਰ ਨਾਲ ਸਾਰੀਆਂ ਸੰਗਤਾਂ ਕਹੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਹੋਰ ਪ੍ਰੇਮ ਨਾਲ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ ਆ। ਸਿੱਧ ਮਹਾਰਾਜ ਦੀ ਪ੍ਰੀਖਿਆ ਲੈਣ ਵਾਸਤੇ ਆਏ ਜੀ। ਉਹ ਪ੍ਰਸੰਗ ਤੁਸੀਂ ਸੁਣਿਆ। ਇੱਕ ਤਪਾ ਮਹਾਰਾਜ ਦੀ ਹਜ਼ੂਰੀ ਵਿੱਚ ਆਇਆ ਜਿਹੜਾ ਗੁਰੂ ਜੀ ਦੇ ਪ੍ਰਤਾਪ ਨੂੰ ਜਰਦਾ ਨਹੀਂ ਸੀਗਾ ਜੀ। ਸਤਿਗੁਰੂ ਜੀ ਦਾ ਪ੍ਰਤਾਪ ਬਹੁਤ ਵੱਡਾ ਹੈ। ਉਹ ਮਹਾਰਾਜ ਦਾ ਪ੍ਰਤਾਪ ਵੇਖ ਵੇਖ ਕੇ ਤੇ ਦੁਖੀ ਹੁੰਦਾ ਸੀਗਾ ਜੀ।
ਇਹਨਾਂ ਦਾ ਪ੍ਰਤਾਪ ਇੰਨਾ ਕਿਉਂ ਵੱਡਾ ਹੈ ਜੀ। ਇੱਕ ਦਿਨ ਫੁਰਨਾ ਬਣਾਇਆ ਉਹਨੇ ਤੇ ਮਹਾਰਾਜ ਨਾਲ ਬਹਿਸ ਕਰਨ ਵਾਸਤੇ ਆਇਆ ਜੀ। ਉਹ ਜੀ ਬਹਿਸ ਕਰਨ ਵਾਸਤੇ ਗੁਰੂ ਸਾਹਿਬ ਮਹਾਰਾਜ ਨੂੰ ਆ ਕੇ ਜਦੋਂ ਮਿਲਿਆ, ਗੁਰੂ ਸਾਹਿਬ ਨੂੰ ਤਾਂ ਉਸੇ ਵੇਲੇ ਪਤਾ ਲੱਗ ਗਿਆ ਗੁਰੂ ਰਾਮਦਾਸ ਜੀ ਨੂੰ ਵੀ ਇਹਦੇ ਮਨ ਦੀ ਭਾਵਨਾ ਕੀ ਹੈਗੀ ਹੈ ਜੀ। ਬਿਨ ਬੋਲਿਆ ਸਭ ਕੁਛ ਜਾਣਦਾ। ਮਹਾਰਾਜ ਤੇ ਬਿਨਾਂ ਬੋਲਣ ਤੋਂ ਹੀ ਸਮਝ ਗਏ ਵੀ ਇਹ ਕਹਿਣਾ ਕੀ ਚਾਹੁੰਦਾ ਸਾਨੂੰ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਅੰਤਰਜਾਮੀ ਮਹਾਰਾਜ ਹੱਥ ਜੋੜ ਕੇ ਤਪੇ ਨੂੰ ਕਹਿਣ ਲੱਗੇ। ਮਹਾਰਾਜ ਕਹਿੰਦੇ ਤਪਾ ਜੀ ਬੜੀ ਕਿਰਪਾ ਕੀਤੀ, ਸਾਨੂੰ ਦਰਸ਼ਨ ਦਿੱਤੇ ਹੈ। ਤੁਸੀਂ ਇਹ ਹਿਸਾਬ ਲਾਓ ਮਹਾਰਾਜ ਵਿੱਚ ਕਿੰਨੀ ਨਿਮਰਤਾ ਹੈਗੀ ਹੈ ਜੀ। ਧਾਰਮਿਕ ਪੁਰਸ਼ ਹੋਵੇ ਜੀ ਤੇ ਖਾਣ ਨੂੰ ਪਵੇ ਅਗਲੇ ਨੂੰ ਜੀ। ਮੈਂ ਇੱਕ ਧਾਰਮਿਕ ਗਿਆਨੀ ਨੂੰ ਸੁਣ ਰਿਹਾ, ਬੜਾ ਹੀ ਖੁਸ਼ਕ ਬੋਲੇ ਜੀ ਉਹ। ਹਾਂਜੀ, ਤੇ ਮਤਲਬ ਉਹ ਜਦੋਂ ਬੋਲੇ ਤੇ ਅੰਦਰੋਂ ਅੱਗ ਹੀ ਬਾਹਰ ਆਵੇ ਜੀ ਉਹਦੇ ਜੀ। ਹਾਂਜੀ, ਇਹਦਾ ਮਤਲਬ ਇਹ ਹੈ ਵੀ ਧਾਰਮਿਕ ਦਾ ਮਨੁੱਖ ਦਾ ਜਿਹੜਾ ਮੁੱਖ ਮਕਸਦ ਪਰਮੇਸ਼ਰ ਦਾ ਨਾਮ, ਉਹਨੂੰ ਜਪ ਕੇ ਆਉਣੀ ਸ਼ਾਂਤੀ, ਉਹ ਨਹੀਂ ਹੈਗੀ ਜੀ ਅੰਦਰ ਜੀ। ਮਹਾਰਾਜ ਵਿੱਚ ਕਿੰਨੀ ਸ਼ਾਂਤੀ ਵੇਖੋ। ਗੁਰੂ ਰਾਮਦਾਸ ਸਾਹਿਬ ਕਹਿੰਦੇ ਬੜੀ ਕਿਰਪਾ ਕੀਤੀ, ਤੁਸੀਂ ਚੱਲ ਕੇ ਆਏ, ਦਰਸ਼ਨ ਦਿੱਤੇ, ਸਾਨੂੰ ਹੁਕਮ ਕਰ ਦਿੰਦੇ। ਮਹਾਰਾਜ ਕਹਿੰਦੇ ਕਹਿਣ ਲੱਗਾ ਜੀ ਮੈਂ ਇਸ ਕਰਕੇ ਆਇਆ, ਤੁਹਾਡੇ ਜਿਹੜੇ ਸਿੱਖ ਹੈ ਨਾ ਇਹ ਵੇਦਾਂ ਨੂੰ ਮੰਨਦੇ ਤੇ ਨਾ ਤੀਰਥਾਂ ਨੂੰ ਮੰਨਦੇ ਆ, ਤੇ ਤੁਹਾਡੇ ਸਿੱਖਾਂ ਦਾ ਭਲਾ ਕਿਵੇਂ ਹੋਏਗਾ। ਮਹਾਰਾਜ ਕਹਿੰਦੇ ਕਿਉਂ, ਵੇਦਾਂ ਵਿੱਚ ਕੀ ਹੈ ਤੇ ਤੀਰਥਾਂ 'ਚ ਕੀ ਹੈ। ਕਹਿਣ ਲੱਗਾ ਜੀ ਵੇਦਾਂ ਦੀ ਬਾਣੀ ਪੜ੍ਹਿਆ ਗਤੀ ਹੁੰਦੀ ਹੈ, ਤੀਰਥਾਂ ਦੀ ਯਾਤਰਾ ਕੀਤਿਆਂ ਬੰਦੇ ਨੂੰ ਸਵਰਗ ਦੀ ਪ੍ਰਾਪਤੀ ਹੁੰਦੀ ਹੈ, ਸਵਰਗ ਦੇ ਸੁੱਖ ਮਿਲਦੇ ਆ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਗਰੀਬ ਨਵਾਜ ਕਹਿੰਦੇ ਤਪਾ ਜੀ ਪਹਿਲਾਂ ਤੇ ਬੰਦਾ ਜ਼ਿੰਦਗੀ ਮਿਲੀ ਹੈ, ਸਵਰਗ ਜਾਣ ਲਈ ਚੰਗੇ ਕੰਮ ਕਰੇ ਜੀ। ਹਾਂਜੀ, ਫਿਰ ਸਵਰਗ ਵਿੱਚ ਜਾ ਕੇ ਸੁੱਖ ਮਾਣੇ ਜੀ, ਤੇ ਜਦੋਂ ਉਹਨੂੰ ਸੁੱਖ ਮਿਲ ਗਏ ਫਿਰ ਜਨਮ ਮਿਲੇਗਾ। ਕਹਿਣ ਲੱਗੇ ਜਨਮ ਮਰਨ ਤੇ ਨਹੀਂ ਨਾ ਛੁੱਟਿਆ। ਮਹਾਰਾਜ ਕਹਿਣ ਲੱਗੇ ਤੇ ਇੰਨਾ ਕਸ਼ਟ ਸਹਿਆ ਥੋੜੇ ਸੁੱਖਾਂ ਵਾਸਤੇ ਕਾਹਦਾ। ਮਹਾਰਾਜ ਕਹਿੰਦੇ ਜਪ ਤਪ ਭਜਨ ਬੰਦਗੀ ਹੈਗੀ ਹੈ। ਉਹਨੂੰ ਮਹਾਰਾਜ ਨੇ ਨਾ ਜੀ ਬੜਾ ਦੱਸਿਆ। ਮਹਾਰਾਜ ਕਹਿੰਦੇ ਸਵਰਗ ਦੇ ਸੁੱਖ ਸਦਾ ਵਾਸਤੇ ਨਹੀਂ ਹੈਗੇ। ਇਸ ਕਰਕੇ ਸੰਤ ਜਿਹੜੇ ਆ ਨਾ ਉਹ ਸਵਰਗ ਦੇ ਸੁੱਖਾਂ 'ਚ ਨਹੀਂ ਪੈਂਦੇ ਜੀ। ਬਾਬਾ ਜੀ ਵਾਹਿਗੁਰੂ ਭਗਤ ਸਾਹਿਬਾਨ ਤੇ ਬਾਣੀ ਵਿੱਚ ਕਹਿੰਦੇ ਰਾਜ ਨਾ ਚਾਹੋ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਨਾ ਰਾਜ ਚਾਹੀਦਾ ਤੇ ਨਾ ਮੁਕਤੀ ਚਾਹੀਦੀ, ਬਸ ਹੇ ਵਾਹਿਗੁਰੂ ਜੀ ਤੁਹਾਡੇ ਚਰਨਾਂ ਨਾਲ ਮੇਰਾ ਪਿਆਰ ਬਣਿਆ ਰਵੇ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮੁੱਖ ਮਸਲਾ ਤੇ ਇੱਥੇ ਅੜਿਆ ਜੀ ਸਾਰਾ ਜੀ, ਮੁੱਖ ਮਸਲਾ ਇੱਥੇ ਹੈ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਬੜੇ ਕੀਮਤੀ ਬਚਨਾਂ ਰਾਹੀਂ ਉਹਨੂੰ ਸਿੱਖਿਆ ਦਿੱਤੀ। ਮਹਾਰਾਜ ਕਹਿੰਦੇ ਸਭ ਕੁਝ ਝੂਠਾ ਹੈਗਾ ਜੀ। ਦੋਸ਼ ਸਿੱਖਾਂ ਨੂੰ ਦਿੰਦੇ ਹੋ, ਸਿੱਖ ਜਪਦੇ ਵਾਹਿਗੁਰੂ ਦਾ ਨਾਮ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ, ਉਹ ਛੋਟੇ ਮੋਟੇ ਸੁੱਖਾਂ ਵਾਸਤੇ ਨਾਮ ਨਹੀਂ ਜਪਦੇ। ਮਹਾਰਾਜ ਕਹਿਣ ਲੱਗੇ ਤੇ ਬਾਕੀ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਇੱਕ ਤੀਰਥ ਹੁੰਦਾ ਜੜ, ਇੱਕ ਤੀਰਥ ਹੁੰਦਾ ਜੰਗਮ। ਜੰਗਮ ਤੀਰਥ ਜਿਹੜਾ ਹੈ ਨਾ ਜੀ ਉਹ ਚੱਲ ਫਿਰ ਕੇ ਸਾਧੂ ਮਹਾਤਮਾ ਤੁਰ ਕੇ ਫਿਰ ਕੇ ਜਾਂਦੇ ਆ। ਸਾਧੂ ਮਹਾਤਮਾ ਵੀ ਇੱਕ ਤੀਰਥ ਹੁੰਦੇ ਆ ਜੀ। ਰੱਬ ਦੇ ਪਿਆਰੇ ਵੀ ਤੀਰਥ ਹੈਗੇ ਜੀ। ਭਗਤ ਕਬੀਰ ਜੀ ਕਹਿੰਦੇ ਤੀਰਥ ਵੱਡਾ ਕਿ ਹਰਿ ਕਾ ਦਾਸ। ਤੀਰਥ ਵੱਡਾ ਕਿ ਰੱਬ ਦਾ ਸੇਵਕ ਵੱਡਾ ਜੀ। ਜੋ ਆਨੰਦ ਤੀਰਥ ਤੇ ਜਾ ਕੇ ਕਿਸੇ ਨੂੰ ਪ੍ਰਾਪਤ ਹੁੰਦਾ ਨਾ ਜੀ, ਉਹ ਰੱਬ ਦੇ ਪਿਆਰੇ ਦੀ ਸੰਗਤ ਕਰਕੇ ਵੀ ਮਿਲ ਜਾਂਦਾ ਜੀ। ਗੱਜ ਕੇ ਆਖੋ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਰੱਬ ਦੇ ਪਿਆਰਿਆਂ ਦੀ ਸੰਗਤ ਕਰੋ, ਉਹਦੇ ਨਾਲ ਪਰਮੇਸ਼ਰ ਦੇ ਨਾਮ ਦਾ ਰੰਗ ਲੱਗਦਾ ਜੀ। ਜਿਉਂ-ਜਿਉਂ ਉਹ ਵਧਾਈਆ ਤਿਉਂ-ਤਿਉਂ ਹਰਸਿਓ ਰੰਗ। ਜਿਉਂ-ਜਿਉਂ ਸਾਧੂ ਦੀ ਸੰਗਤ ਵਧਾਓਗੇ ਤਿਉਂ-ਤਿਉਂ ਤੁਹਾਡਾ ਰੱਬ ਦੇ ਨਾਲ ਪਿਆਰ ਵਧੇਗਾ ਜੀ। ਰੰਗ ਦਾ ਆਖਰੀ ਅਰਥ ਹੈ ਪਿਆਰ। ਤਿਉਂ-ਤਿਉਂ ਰੱਬ ਨਾਲ ਪਿਆਰ ਵਧੇਗਾ, ਤੇ ਜਿਉਂ-ਜਿਉਂ ਮਨਮੁਖਾਂ ਦੀ ਸੰਗਤ ਕਰੋਗੇ ਤਿਉਂ-ਤਿਉਂ ਰੱਬ ਤੋਂ ਪਿਆਰ ਟੁੱਟਦਾ ਜਾਏਗਾ ਜੀ। ਮਹਾਰਾਜ ਕਹਿਣ ਲੱਗੇ ਤੁਸੀਂ ਐਵੇਂ ਹੀ ਝੂਠਾ ਜਿਹਾ ਮਾਣ ਰੱਖਿਆ ਵੀ ਮੈਂ ਤੀਰਥਾਂ ਤੇ ਜਾਣਾ ਹੈ। ਇਹ ਮਾਣ ਤਾਂ ਤੁਹਾਡਾ ਮਿਟੇਗਾ ਜਦੋਂ ਤੁਹਾਨੂੰ ਪੂਰਾ ਗੁਰੂ ਮਿਲੇਗਾ। ਜਿੰਨਾ ਚਿਰ ਤੱਕ ਤੁਹਾਨੂੰ ਪੂਰਾ ਗੁਰੂ ਨਹੀਂ ਨਾ ਮਿਲ ਜਾਂਦਾ,
ਉਹਨਾਂ ਚਿਰ ਤੱਕ ਤੁਹਾਡਾ ਮਾਣ ਨਹੀਂ ਟੁੱਟਣਾ ਜੀ। ਗੱਜ ਕੇ ਆਖੋ ਗੁਰੂ ਸਾਹਿਬ ਸ਼ੀਸ਼ਾ ਵਿਖਾਉਂਦੇ ਬੰਦੇ ਨੂੰ ਵੀ ਬੰਦਿਆ ਤੂੰ ਕਿੱਥੇ ਖਲੋਤਾ ਹੈ। ਪੂਰੇ ਗੁਰੂ ਦਾ ਜ਼ਿੰਦਗੀ 'ਚ ਹੋਣਾ ਬਹੁਤ ਜ਼ਰੂਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੂਰੇ ਗੁਰੂ ਹਨ ਤੇ ਸਾਧ ਸੰਗਤ ਜੀ ਇਹ ਫਿਰ ਸਾਨੂੰ ਸ਼ੀਸ਼ਾ ਵਿਖਾਉਂਦੇ ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ। ਹੁਣ ਇਹਦੇ ਤੋਂ ਅੱਗੇ ਤਪਾ ਮਹਾਰਾਜ ਨੂੰ ਜੋ ਕਹਿ ਰਿਹਾ ਉਹ ਬਚਨ ਆਪਾਂ ਬੜੇ ਪਿਆਰ ਦੇ ਨਾਲ ਸੁਣਵਣ ਕਰਨੇ ਆ। ਹੈ ਤਪਾ ਪਰ ਆਪਣੀ ਜ਼ਿੰਦਗੀ 'ਚ ਖਪਿਆ ਹੀ ਹੈ, ਪ੍ਰਾਪਤੀ ਕੋਈ ਨਹੀਂ ਹੋਈ ਜੀ। ਹਾਂਜੀ, ਸਾਧੂ ਲੰਘ ਰਹੇ ਸਨ, ਵਾਹਿਗੁਰੂ ਵੇਸ਼ਵਾ ਲੰਘ ਰਹੀ ਸੀ। ਉਹਨੇ ਵੇਖਿਆ ਇੱਕ ਤਪਾ ਬੜਾ ਤਪ ਕਰ ਰਿਹਾ। ਉਹ ਕਹਿੰਦੀ ਅਰੇ ਤਪਾ ਕਾਹੇ ਕੋ ਖਪਾ, ਅਰੇ ਤਪਾ ਕਾਹੇ ਕੋ ਖਪਾ, ਕਿਉਂ ਖਪਦਾ ਫਿਰਦਾ, ਅੰਤ ਮਤੇ ਸੋਏ ਗਤੇ, ਮਰਨ ਸਮੇਂ ਜਿੱਧਰ ਤੇਰਾ ਧਿਆਨ ਜਾਏਗਾ ਉਹੋ ਜਿਹਾ ਤੇਰੇ ਨਾਲ ਕੰਮ ਬਣਨਾ ਹੀ, ਕਿਉਂ ਖਪਦਾ ਫਿਰਦਾ ਕਹਿਣ ਲੱਗੇ। ਇਸ ਕਰਕੇ ਸਾਧ ਸੰਗਤ ਜੀ ਹੁਣ ਅੱਗੋਂ ਬੜੇ ਧਿਆਨ ਦੇ ਨਾਲ ਸੁਣਨਾ। ਉਹ ਤਪਾ ਤੇ ਬੜਾ ਚੰਗਾ ਸੀਗਾ, ਉਹਨੇ ਵੈਸਵਾ ਨੂੰ ਆਖਿਆ ਅੰਤ ਸਮੇਂ ਮੇਰਾ ਧਿਆਨ ਨਾ ਭਟਕੇ, ਇਸ ਕਰਕੇ ਖਪ ਰਿਹਾ, ਨਾਮ ਜਪ ਰਿਹਾ। ਗੱਜ ਕੇ ਆਖੋ ਵਾਹਿਗੁਰੂ। ਹੁਣ ਅੱਗੋਂ ਸੁਣੋ ਮਹਾਰਾਜ ਗੁਰੂ ਰਾਮਦਾਸ ਜੀ ਨੂੰ ਤਪਾ ਕੀ ਕਹਿ ਰਿਹਾ। ਸੰਗਤ ਬੈਠੀ ਹੈ, ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਬੈਠੇ ਹੈ। ਬੇਅੰਤ ਸੰਗਤਾਂ ਮਹਾਰਾਜ ਗਰੀਬ ਨਵਾਜ ਜੀ ਦੇ ਦਰਸ਼ਨ ਕਰ ਰਹੀਆਂ ਨੇ। ਤਪਾ ਮਹਾਰਾਜ ਨਾਲ ਬਚਨ ਬਿਲਾਸ ਕਰ ਰਿਹਾ। ਅੱਗੋਂ ਪ੍ਰਸੰਗ ਸੁਣੋ, ਗੱਜ ਕੇ ਆਖੋ ਸਤਿਨਾਮ ਵਾਹਿਗੁਰੂ। ਹਾਂਜੀ, ਸੁਣ ਕੇ ਤਪੇ ਕਹਿਓ ਆਚਾਰ। ਤਪੇ ਨੇ ਮਹਾਰਾਜ ਦੀ ਗੱਲ ਸੁਣ ਕੇ ਨਾ ਜੀ ਮਹਾਰਾਜ ਗੁਰੂ ਰਾਮਦਾਸ ਜੀ ਨੇ ਅੱਗੋਂ ਇਸ ਤਰ੍ਹਾਂ ਆਖਿਆ ਜੀ। ਹਾਂਜੀ, ਆਰ ਸਭ ਤੀਰਥ ਮੱਜਨ ਬਾਰ। ਕਹਿਣ ਲੱਗਾ ਜੀ ਸਭ ਤੀਰਥਾਂ ਦੇ ਇਸ਼ਨਾਨ ਕਰਨ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਦਾ ਵੀ ਮਹਾਰਾਜ ਸਾਰੇ ਤੀਰਥਾਂ ਤੇ ਇਸ਼ਨਾਨ ਕਰਨਾ ਚਾਹੀਦਾ। ਹਾਂਜੀ, ਕਿਮ ਲਾਗੂ ਕਹੂ ਜੇ ਸਭ ਨੇ ਮਾਨੇ, ਮਹਿਮਾ ਮਹਾ ਪੁਰਾਣ ਬਖਾਨੇ। ਪੁਰਾਣਾ ਨੇ ਤੀਰਥਾਂ ਦੀ ਇੰਨੀ ਮਹਾਨ ਮਹਿਮਾ ਕਹੀ ਹੈ, ਤੁਸੀਂ ਤੀਰਥਾਂ ਨੂੰ ਛੋਟਾ ਦੱਸਦੇ ਹੋ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਤੁਸੀਂ ਤੀਰਥਾਂ ਨੂੰ ਛੋਟਾ ਕਿਉਂ ਕਹਿੰਦੇ ਹੋ, ਕਿਵੇਂ ਕਹਿੰਦੇ ਹੋ? ਹਾਂਜੀ, ਕਰ ਵਿਚਾਰ ਮੁਝ ਦੇਹੋ ਸਮਝਾਈ। ਤੇ ਤਪਾ ਹੱਥ ਜੋੜ ਕੇ ਗੁਰੂ ਰਾਮਦਾਸ ਜੀ ਨੂੰ ਕਹਿਣ ਲੱਗਾ ਮਹਾਰਾਜ ਮੈਨੂੰ ਇਹ ਦੱਸੋ ਤੀਰਥ ਕਿਵੇਂ ਛੋਟੇ ਹੋਏ। ਹਾਂਜੀ, ਸਤ ਸੰਗਤ ਕੀ ਕਿਮ ਵਡਿਆਈ। ਸਤ ਸੰਗਤ ਦੀ ਮਹਿਮਾ ਦੱਸ ਰਹੇ ਹੋ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਨੂੰ ਕਹਿੰਦੇ ਐਵੇਂ ਤੁਰਿਆ ਫਿਰਦਾ ਸਾਧ ਸੰਗਤ ਕਰਿਆ ਕਰ। ਸਤ ਸੰਗਤ ਦੀ ਤੁਸੀਂ ਮਹਿਮਾ ਕਰ ਰਹੇ ਹੋ, ਦੱਸੋ ਸਤ ਸੰਗਤ ਦੀ ਮਹਿਮਾ ਤੀਰਥਾਂ ਤੋਂ ਵੱਡੀ ਕਿਵੇਂ ਹੈ? ਹਾਂਜੀ, ਤਬ ਸ਼੍ਰੀ ਰਾਮਦਾਸ ਹਿਤਕਾਰ। ਤਾਂ ਉਸ ਸਮੇਂ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਉਹਦਾ ਭਲਾ ਕਰਨ ਵਾਸਤੇ ਉਹਦਾ ਪ੍ਰੇਮ ਵੇਖ ਕੇ ਸ਼ਬਦ ਸੁਨਾਇਓ ਕੀਨ ਉਚਾਰ। ਮਹਾਰਾਜ ਗੁਰੂ ਰਾਮਦਾਸ ਜੀ ਨੇ ਬਾਣੀ ਰਚੀ ਦੀ। ਫਿਰ ਉਹ ਜਿਵੇਂ ਜੋਗੀਆਂ ਨੂੰ ਦੱਸਿਆ ਸੀ ਨਾ, ਹਾਂਜੀ ਸ਼ਬਦ ਉਚਾਰਿਆ ਸੀ ਨਾ ਵੀ ਤੁਸੀਂ ਤਾਰਾਂ ਤੇ ਵਜਾਉਂਦੇ ਤੇ ਸਤਾਰਾਂ ਪਰ ਹੈਗੀਆਂ ਖਾਲੀ ਹੈ, ਪੰਡਤ ਹਰ ਦੇਹੋ ਮਤੀ ਉਪਦੇਸ਼ ਹੈ। ਉਹ ਸ਼ਬਦ ਆਇਆ ਸੀਗਾ ਸਾਧ ਸੰਗਤ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ ਪੰਡਤ ਨਹੀਂ ਜੋਗੀ, ਜੋਗੀ ਹਰ ਦੇਹੋ ਮਤੀ ਉਪਦੇਸ਼ ਹੈ। ਹੁਣ ਮਹਾਰਾਜ ਨੇ ਫਿਰ ਸ਼ਬਦ ਉਚਾਰਿਆ ਜੀ। ਪੜੋ ਸ਼ਬਦ। ਮਲਾਰ ਮਹੱਲਾ ਚੌਥਾ। ਆਖੋ ਪਿਆਰ ਨਾਲ ਧੰਨ ਗੁਰੂ ਰਾਮਦਾਸ ਸਾਹਿਬ ਜੀ। ਧੰਨ ਗੁਰੂ ਰਾਮਦਾਸ ਸਾਹਿਬ ਜੀ। ਹਾਂਜੀ, ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਹੇ ਉਦਮ ਧੂਰ ਸਾਧੂ ਕੀ ਤਾਈ। ਮਹਾਰਾਜ ਕਹਿਣ ਲੱਗੇ ਤਪਾ ਜੀ ਬੜੇ ਮਹਾਨ ਤੀਰਥ ਤੁਸੀਂ ਮੰਨਦੇ ਚ ਚਾਰ, ਉਂਝ ਤੇ 68 ਮੰਨਦੇ ਆ, ਪਰ ਗੰਗਾ ਜਮਨਾ ਗੋਦਾਵਰੀ ਤੇ ਸੁਰਸਤੀ ਇਹਦੇ ਕੰਢੇ ਕੰਢੇ ਤੀਰਥ ਬਣੇ ਆ ਜੀ। ਕੇਲ ਵੇਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਹੁਣ ਬੜੇ ਧਿਆਨ ਨਾਲ ਸੁਣਿਓ ਗੱਲ। ਮਹਾਰਾਜ ਕਹਿਣ ਲੱਗੇ ਗਮਨਾ ਵਾਹਿਗੁਰੂ ਗੰਗਾ ਜਮਨਾ ਗੋਦਾਵਰੀ ਸੁਰਸਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ। ਗੱਜ ਕੇ ਆਖੋ
ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਗੰਗਾ ਜਮਨਾ ਗੋਦਾਵਰੀ ਤੇ ਸਰਸਵਤੀ ਨੂੰ ਤੁਸੀਂ ਮਹਾਨ ਮੰਨਦੇ ਹੋ। ਇਹ ਵੀ ਕਿਹਾ ਜਾਂਦਾ ਜਿਹੜਾ ਗੰਗਾ ਵਿੱਚ ਇਸ਼ਨਾਨ ਕਰੇ ਉਹਦੇ ਪਾਪ ਸੜ ਜਾਂਦੇ, ਪਾਪ ਮੁੱਕ ਜਾਂਦੇ ਹੈ। ਜਿਹੜਾ ਜਮਨਾ ਵਿੱਚ ਇਸ਼ਨਾਨ ਕਰੇ ਉਹਦੇ ਪਾਪ ਦੂਰ ਹੁੰਦੇ ਹੈ। ਇਹਨਾਂ ਨੂੰ ਤੁਸੀਂ ਤੀਰਥ ਮੰਨਦੇ ਹੋ ਨਾ, ਪਰ ਮਹਾਰਾਜ ਕਹਿੰਦੇ ਇਹ ਵੱਡੇ ਵੱਡੇ ਤੀਰਥ ਜਿਹੜੇ ਹੈ ਨਾ, ਇਹ ਰੱਬ ਦੇ ਪਿਆਰਿਆਂ ਦੀ ਚਰਨ ਧੂੜੀ ਵਾਸਤੇ ਤਰਸਮ ਦਏ ਹੈ। ਕਹਿਣ ਲੱਗੇ ਉਦਮ ਕਰਦੇ ਹੈ। ਗੰਗਾ ਕੀ ਉਦਮ ਕਰਦੀ ਹੈ, ਗੋਦਾਵਰੀ ਕੀ ਉਦਮ ਕਰਦੀ ਹੈ। ਸਾਧ ਸੰਗਤ ਜੀ, ਗੰਗਾ ਉਦਮ ਕਰਦੀ ਹੈ। ਗੰਗਾ ਲਗਾਤਾਰ ਬਹਿ ਰਹੀ ਹੈ ਜੀ, ਗੋਦਾਵਰੀ ਬਹਿ ਰਹੀ ਹੈ, ਲਗਾਤਾਰ ਚੱਲ ਰਹੀ ਹੈ। ਇਹਦਾ ਭਾਵ ਕੋਈ ਰੱਬ ਦਾ ਪਿਆਰਾ ਪਰਮੇਸ਼ਰ ਦਾ ਬਖਸ਼ਿਆ ਹੋਇਆ ਜਿਹੜਾ ਹੋਵੇ, ਉਹ ਮੇਰੇ ਵਿੱਚ ਚਰਨ ਪਾ ਦੇਵੇ ਜੀ। ਫਿਰ ਸੁਣਿਓ ਗੁਰੂ ਰਾਮਦਾਸ ਜੀ ਦੀ ਪੰਕਤੀ, ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰਹਿ ਉਦਮ ਧੂੜ ਸਾਧੂ ਕੀ ਤਾਈ। ਸਾਧੂ ਦੀ ਧੂੜੀ ਵਾਸਤੇ ਮਹਾਰਾਜ ਕਹਿੰਦੇ ਉਦਮ ਕਰਨ ਦੇ। ਇਹਦਾ ਮਤਲਬ ਗੰਗਾ ਜਮਨਾ ਸਰਸਵਤੀ ਤੋਂ ਵੀ ਵੱਡਾ ਕੋਈ ਹੈ ਤੇ ਰੱਬ ਦਾ ਪਿਆਰਾ ਹੈਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਗੰਗਾ ਜਮਨਾ ਸਰਸਵਤੀ ਤੋਂ ਵੀ ਵੱਡਾ ਰੱਬ ਦਾ ਪਿਆਰਾ ਹੈਗਾ। ਤੀਰਥ ਵੱਡਾ ਕੇ ਹਰ ਕਾ ਦਾਸ। ਫਿਰ ਗੁਰੂ ਰਾਮਦਾਸ ਹੈ ਮਹਾਰਾਜ ਕਹਿਣ ਲੱਗੇ, ਮਹਾਰਾਜ ਕਹਿੰਦੇ ਜੇ ਉਹ ਉਦਮ ਕਰਦੇ ਤੇ ਕਿਉਂ ਕਰਦੇ ਆ? ਗੰਗਾ ਜਮਨਾ ਦੀ ਕੀ ਬੇਨਤੀ ਹੈ? ਹਾਂਜੀ, ਤੀਰਥ 68 ਕਿਲ ਵੇਖ ਮੈਲ ਭਰੇ, ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਗੰਗਾ ਜਮਨਾ ਗੋਦਾਵਰੀ ਤੇ ਸਰਸਵਤੀ ਅਰਦਾਸਾਂ ਕਰਦੇ ਆ ਵੀ ਲੋਕਾਂ ਦੀ ਭਾਰ ਚੁੱਕ ਚੁੱਕ ਅਸੀਂ ਮੈਲੀਆਂ ਹੋ ਚੁੱਕੀਆਂ, ਪਾਪਾਂ ਦੀ ਮੈਲ ਸਾਨੂੰ ਚਮੜ ਗਈ। ਕਿਲ ਵਿਖ ਮੈਲ ਭਰੇ, ਪਰੇ ਹਮਰੇ ਵਿੱਚ। ਕਿਲ ਵਿਖ ਕਿਹਨੂੰ ਕਹਿੰਦੇ ਜੀ? ਪਾਪਾਂ ਨੂੰ ਜੀ। ਪਾਪਾਂ ਦੀ ਮੈਲ ਸਾਨੂੰ ਚਿੰਬੜ ਚੁੱਕੀ ਹੈ ਤੇ ਹੇ ਪਰਮੇਸ਼ਰ ਜੀ ਕੋਈ ਰੱਬ ਦਾ ਪਿਆਰਾ ਭੇਜੋ ਤਾਂ ਕਿ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਸਾਡੇ ਵਿੱਚ ਪਈ ਹੋਈ ਜਿਹੜੀ ਮੈਲ ਹੈ ਉਹ ਸਾਧੂ ਦੀ ਧੂੜੀ ਪਵਿੱਤਰ ਕਰ ਦੇਵੇ ਜੀ। ਹੁਣ ਇੱਕ ਗੱਲ ਦਾ ਧਿਆਨ ਰੱਖਿਓ, ਇਹ ਨਾ ਸਮਝਿਓ ਮੈਂ ਵਿਅਕਤੀਵਾਦ ਨਾਲ ਜੋੜਨ ਲੱਗਾ। ਬਿਲਕੁਲ ਮੈਂ ਵਿਅਕਤੀਵਾਦ ਨਾਲ ਨਹੀਂ ਜੋੜਦਾ, ਪਰ ਸਾਧ ਸੰਗਤ ਜਿਹੜਾ ਪਰਮੇਸ਼ਰ ਦਾ ਨਾਮ ਜਪੇ ਉਹਦੇ ਚਰਨਾਂ ਦੀ ਧੂੜ ਵਿੱਚ ਤਾਕਤ ਹੁੰਦੀ ਹੈ। ਪਰ ਇਹ ਨਹੀਂ ਵੀ ਜਣੇ ਖਣੇ ਦੀ ਧੂੜ ਨੂੰ ਚੁੱਕ ਚੁੱਕ ਮੱਥੇ ਲਾਈ ਜਾਓ। ਇਹੋ ਜਿਹੇ ਪਰਮੇਸ਼ਰ ਦੇ ਪਿਆਰੇ ਵਿਰਲੇ ਹੀ ਹੈ, ਗੁਪਤ ਬੈਠੇ ਹੋਏ ਹੈ, ਗੁਪਤ ਬੈਠੇ ਹੋਏ ਹੈ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਗੰਗਾ ਜਮਨਾ ਕਹਿੰਦੀ ਵੀ ਰੱਬ ਦੇ ਪਿਆਰੇ ਦੀ ਧੂੜ ਹੀ ਮੈਨੂੰ ਮਿਲ ਜੇ ਨਾ, ਤੇ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜੀ ਨਾਲ ਮੈਂ ਪਵਿੱਤਰ ਹੋ ਜਾਵਾਂਗੀ। ਹਾਂਜੀ, ਤੀਰਥ 68 ਮੱਜਨ ਨਾਈ। ਹਾਂਜੀ, ਸਤ ਸੰਗਤ ਕੀ ਧੂਰ ਪਰੀ, ਉਡ ਨੇਤਰੀ ਸਭ ਦੁਰਮਤ ਮੈਲ ਗਵਾਈ। ਮਹਾਰਾਜ ਕਹਿੰਦੇ ਬੰਦਾ ਤੀਰਥਾਂ ਤੇ ਜਾਂਦਾ, ਕਿਉਂ ਜਾਂਦਾ? ਮੇਰੀ ਮੈਲ ਦੂਰ ਹੋਵੇ। ਤੀਰਥ 68 ਮੱਜਨ ਨਾਈ। ਮਹਾਰਾਜ ਕਹਿੰਦੇ ਸਾਡਾ ਕਿਹੜਾ ਤੀਰਥ ਹੈ? ਉਹ ਇਹ ਹੈ ਵੀ ਸਤ ਸੰਗਤ ਕੀ ਧੂਰ ਪਰੀ, ਉਡ ਨੇਤਰੀ ਸਭ ਦੁਰਮਤ ਮੈਲ ਗਵਾਈ। ਬੰਦਾ 68 ਤੀਰਥਾਂ ਤੇ ਨਹਾਉਣ ਜਾਂਦਾ, ਮੇਰੀ ਮੈਲ ਨਿਕਲ ਜਾਵੇ। ਗੱਜ ਕੇ ਆਖੋ ਵਾਹਿਗੁਰੂ। ਮੇਰੇ ਪਾਪਾਂ ਦੀ ਮੈਲ ਉਤਰੇ। ਪਰ ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿੰਦੇ ਪਿਆਰਿਆ, ਜਦੋਂ ਰੱਬ ਦੇ ਪਿਆਰਿਆਂ ਦੀ ਚਰਨਾਂ ਦੀ ਧੂੜ ਉੱਡ ਕੇ ਤੇਰੇ ਨੇਤਰਾਂ ਤੇ ਪੈਂਦੀ, ਤੇਰੇ ਤੇ ਪੈਂਦੀ, ਤਾਂ ਤੇਰੀ ਮੈਲ ਦੂਰ ਹੋਵੇਗੀ। ਭਾਈ ਗੁਰਦਾਸ ਜੀ ਲਿਖਦੇ ਆ, ਤੱਪੜ ਝਾੜ ਵਿਛਾਏ ਧੂੜੀ ਨਹਾਇਆ। ਇੱਥੇ ਵੀ ਧੂੜੀ ਇਸ਼ਨਾਨ ਕਰ ਸਕਦੇ ਜੇ ਤੁਸੀਂ। ਦਰਬਾਰ ਸਾਹਿਬ ਪ੍ਰੇਮੀ ਕਰ ਰਹੇ ਹੁੰਦੇ ਆ ਜੀ, ਉਹ ਤੱਪੜ ਝਾੜਨ ਦੇ ਹੁੰਦੇ ਆ ਜੀ, ਮੈਟ ਝਾੜਨ ਦੇ ਹੁੰਦੇ ਤੇ ਧੂੜ ਉੱਡ ਰਹੀ ਹੁੰਦੀ ਹੈ ਜੀ। ਹਾਂਜੀ, ਤੇ ਲੋਕ ਪਰਾਂ ਹੋ ਕੇ ਲੰਘਦੇ ਵੀ ਸਾਡੇ ਤੇ ਨਾ ਪੈ ਜਾਏ ਤੇ ਕੱਪੜੇ ਨਾ ਕਿਤੇ ਮੈਲੇ ਹੋ ਜਾਣ। ਉਹ ਧੂੜ ਗੁਰੂ ਰਾਮਦਾਸ ਜੀ ਦੀਆਂ ਸੰਗਤਾਂ ਦੀ ਹੁੰਦੀ ਹੈ। ਹਾਂਜੀ, ਉਹ ਵੀ ਸਾਧ ਸੰਗਤ ਜੀ ਜੇ ਪੈ ਜੇ ਨਾ ਬੰਦੇ ਦਾ ਭਲਾ ਹੋ ਜਾਂਦਾ ਜੀ। ਪਤਾ ਨਹੀਂ ਕਿਹੜਾ ਕਮਾਈ ਵਾਲਾ ਪੁਰਸ਼ ਉਹਦੇ ਉੱਤੋਂ ਲੰਘਿਆ ਜੀ, ਕੋਈ ਹੈ ਅੰਦਾਜ਼ਾ ਜੀ? ਸਾਨੂੰ ਕੀ ਪਤਾ ਹੈ ਜੀ। ਸਤ ਸੰਗਤ ਕੀ ਧੂੜ ਪਰੀ ਉੱਡ ਨੇਤਰੀ। ਸਤ ਸੰਗਤ ਦੀ ਧੂੜ ਉੱਡ ਕੇ ਕਿਤੇ ਅੱਖਾਂ 'ਚ ਪੈ ਜੇ ਤੇ ਲਾਭ ਕੀ ਹੈ?
ਮਹਾਰਾਜ ਕਹਿੰਦੇ ਸਭ ਦੁਰਮਤ ਮੈਲ ਗਵਾਈ, ਭੈੜੀ ਮਤ ਦੂਰ ਹੋ ਜਾਂਦੀ ਜੀ। ਹੁਣ ਵਾਲੇ ਜਿਹੜੇ ਕਹਿੰਦੇ ਨਾ ਜੀ ਕੱਖ ਨਹੀਂ ਹੁੰਦਾ, ਉਹਨਾਂ ਨੂੰ ਕਹੋ ਗੁਰੂ ਰਾਮਦਾਸ ਜੀ ਕੀ ਕਹਿ ਰਹੇ ਜੀ। ਹਾਂਜੀ ਰਹਾਉ ਜਾਹਰ ਨਵੀ ਤਪੈ ਭਾਗੀਰਥ ਆਣੀ, ਕੇਦਾਰ ਥਪਿਓ ਮਹਿ ਸਾਈ। ਮਹਾਰਾਜ ਕਹਿਣ ਲੱਗੇ ਬਾਕੀ ਸੁਣੋ, ਜਿਨ੍ਹਾਂ ਤੀਰਥਾਂ ਨੂੰ ਤੁਸੀਂ ਮੰਨਦੇ ਹੋ, ਗੰਗਾ ਨੂੰ ਮੰਨਦੇ ਹੋ, ਮਹਾਰਾਜ ਕਹਿੰਦੇ ਉਹ ਭਗੀਰਥ ਨੇ ਲਿਆਂਦੀ ਧਰਤੀ ਤੇ। ਗੱਜ ਕੇ ਆਖੋ ਵਾਹਿਗੁਰੂ। ਇਹਦਾ ਮਤਲਬ ਭਗੀਰਥ ਵੱਡਾ ਜਿਹਨੇ ਗੰਗਾ ਲੈ ਕੇ ਆਂਦੀ ਜੀ। ਫਿਰ ਮਹਾਰਾਜ ਕਹਿਣ ਲੱਗੇ ਕੇਦਾਰ ਥਾਪਿਓ ਮਹਿਸਾਈ, ਕੇਦਾਰਨਾਥ ਦਾ ਮੰਦਿਰ ਹੈ ਬੜਾ ਵੱਡਾ ਜੀ ਹਿੰਦੂ ਧਰਮ ਵਿੱਚ। ਹਾਂਜੀ ਜਦੋਂ ਪਿੱਛੇ ਜੇ ਹੜ੍ਹ ਆਏ ਸਨ ਹੇਮਕੁੰਡ ਸਾਹਿਬ ਵਾਲੇ ਪਾਸੇ, ਤੇ ਉੱਤੇ ਚੜ੍ਹ ਜਾਓ ਤੇ ਕੇਦਾਰਨਾਥ ਹੈ ਦੂਜੇ ਪਾਸੇ ਜੀ। ਹਾਂਜੀ ਕੇਦਾਰਨਾਥ ਹੈ ਤੇ ਉਹ ਵੀ ਪਾਣੀ ਬਹੁਤ ਆਇਆ ਸੀਗਾ ਉੱਥੇ ਜੀ। ਮਹਾਰਾਜ ਕਹਿੰਦੇ ਉਹ ਵੀ ਤੇ ਸ਼ਿਵ ਜੀ ਨੇ ਥਾਪਿਆ ਹੈ, ਉਹ ਵੀ ਤੇ ਸ਼ੰਕਰ ਨੇ ਥਾਪਿਆ ਹੀ ਹੈ, ਕਿਸੇ ਦਾ ਥਾਪਿਆ ਹੋਇਆ ਨਾ ਜੀ। ਹਾਂਜੀ ਕਾਂਸੀ ਕ੍ਰਿਸ਼ਨ ਚਰਾਵਤ ਗਾਉ, ਮਿਲ ਹਰ ਜਨ ਸੋਭਾ ਪਾਈ। ਤੇ ਸਾਧ ਸੰਗਤ ਜੀ ਕਾਂਸ਼ੀ ਉਹ ਵੀ ਸ਼ਿਵ ਜੀ ਦੀ ਥਾਪੀ ਹੋਈ ਹੈ। ਕੱਜ ਕੇ ਆਖੋ ਵਾਹਿਗੁਰੂ। ਉਹ ਵੀ ਸ਼ਿਵਾਂ ਦੀ ਥਾਪੀ ਹੋਈ ਹੈ। ਤੇ ਬਾਕੀ ਮਹਾਰਾਜ ਕਹਿਣ ਲੱਗੇ ਜਿਹੜਾ ਬਨਾਰਸ ਹੈ, ਬਨਾਰਸ ਦੀ ਧਰਤੀ ਨੂੰ ਪਵਿੱਤਰ ਮੰਨਦੇ ਜਾ ਕੇ ਮੱਥਾ ਟੇਕਦੇ, ਉਹ ਵੀ ਤੇ ਕ੍ਰਿਸ਼ਨ ਜੀ ਦਾ ਥਾਪਿਆ ਹੀ ਹੋਇਆ ਨਾ। ਕਹਿਣ ਲੱਗੇ ਵਾਹਿਗੁਰੂ। ਗੱਜ ਕੇ ਆਖੋ ਵਾਹਿਗੁਰੂ। ਕਿਸੇ ਦਾ ਥਾਪਿਆ ਹੋਇਆ ਤੀਰਥ ਹੈ ਨਾ ਜੀ, ਉੱਤੋਂ ਤਾਂ ਨਹੀਂ ਆਇਆ ਜੀ, ਕਿਸੇ ਨੇ ਥਾਪਿਆ ਹੀ ਹੈ ਨਾ ਉਹਨੂੰ। ਮਹਾਰਾਜ ਕਹਿਣ ਲੱਗੇ ਤੇ ਫਿਰ ਦੱਸੋ ਥਾਪਣ ਵਾਲਾ ਨਾ ਵੱਡਾ ਹੋਇਆ ਜਿੰਨੇ ਉਹ ਤੀਰਥ ਥਾਪਿਆ। ਹਾਂਜੀ ਮਹਾਰਾਜ ਕਹਿਣ ਲੱਗੇ ਮਿਲ ਹਰ ਜਨ ਸ਼ੋਭਾ ਪਾਈ। ਜਿੰਨੇ ਤੀਰਥ ਹੈ ਨਾ ਇਹ ਰੱਬ ਦੇ ਪਿਆਰਿਆਂ ਕਰਕੇ ਸ਼ੋਭਾ ਪਾਉਂਦੇ ਆ, ਪਰਮੇਸ਼ਰ ਦੇ ਪਿਆਰਿਆਂ ਕਰਕੇ ਸ਼ੋਭਾ ਪਾਉਂਦੇ। ਜੇ ਪਰਮੇਸ਼ਰ ਦਾ ਪਿਆਰਾ ਮਿਲ ਜਾਵੇ ਤਾਂ ਤੀਰਥ ਬਣਦੇ ਜੀ। ਬਣਦਾ ਕਿਵੇਂ ਤੀਰਥ ਜੀ? ਕਿਸੇ ਸਾਧੂ ਨੇ, ਮਹਾਤਮਾ ਨੇ, ਕਮਾਈ ਵਾਲੇ ਨੇ ਇੱਕ ਥਾਂ ਬਹਿ ਕੇ ਬੰਦਗੀ ਕੀਤੀ, ਲੋਕ ਉੱਥੇ ਮੱਥਾ ਟੇਕਣ ਲੱਗ ਪਏ, ਉਹ ਤੀਰਥ ਬਣ ਗਿਆ ਜੀ, ਉਹ ਥਾਂ ਪਵਿੱਤਰ ਹੋ ਗਈ ਜੀ। ਤੇ ਹੋਈ ਕਿਹਦੇ ਕਰਕੇ? ਨਾਮ ਕਰਕੇ। ਇਸ ਕਰਕੇ ਮਹਾਰਾਜ ਕਹਿੰਦੇ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਮਹਾਰਾਜ ਕਹਿੰਦੇ ਇਹ ਹਰ ਜਨਾਂ ਦੇ ਨਾਲ, ਰੱਬ ਦੇ ਪਿਆਰਿਆਂ ਨਾਲ ਤੀਰਥ ਫੱਬਦਾ। ਹਾਂਜੀ ਜਿਤਨੇ ਤੀਰਥ ਦੇਵੀ ਥਾਪੇ, ਸਭ ਤਿਤਨੇ ਲੋਚੈ ਹੈ ਧੂਰ, ਸਾਧੂ ਕੀ ਤਾਈ। ਗੱਜ ਕੇ ਆਖੋ ਵਾਹਿਗੁਰੂ। ਇਸ ਕਰਕੇ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ ਪਿਆਰਿਓ, ਜਿੰਨੇ ਤੀਰਥ ਨੇ ਕਿਸੇ ਦੇਵੀ ਦੇਵਤੇ ਦੇ ਥਾਪੇ ਹੋਏ ਹੈਗੇ ਆ, ਥਾਪੇ ਹੋਏ ਆ ਨਾ ਜੀ, ਬਣਾਏ ਹੋਏ ਆ। ਤੇ ਸਾਰੇ ਤੀਰਥ ਕਿਸੇ ਰੱਬ ਦੇ ਪਿਆਰੇ ਦੀ ਚਰਨ ਧੂੜੀ ਮੰਗ ਰਹੇ ਆ ਜੀ। ਤੁਸੀਂ ਗੁਰੂ ਅਮਰਦਾਸ ਜੀ ਦੀ ਕਥਾ ਸੁਣੀ ਸੀ ਨਾ ਜੀ, ਜਦੋਂ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਤੇ ਗੰਗਾ ਨੇ ਪੁਕਾਰ ਕੀਤੀ, ਮਹਾਰਾਜ ਮੇਰੇ ਵਿੱਚ ਚਰਨ ਪਾਓ। ਤੇ ਮਹਾਰਾਜ ਨੇ ਜਾ ਕੇ ਗੰਗਾ ਵਿੱਚ ਚਰਨ ਪਾਏ ਜੀ। ਹਾਂਜੀ ਬੇਨਤੀ ਕੀਤੀ ਜੀ ਉਹਨਾਂ ਨੇ। ਮਹਾਰਾਜ ਕਹਿੰਦੇ ਸਭ ਤਿਤਨੇ ਲੋਚਹਿ ਧੂਰ, ਸਾਧੂ ਕੀ ਤਾਈ। ਸਾਰੇ ਰੱਬ ਦੇ ਪਿਆਰੇ ਦੀ ਚਰਨ ਧੂੜੀ ਮੰਗਦੇ ਜੀ। ਸੱਚੀ ਗੱਲ 'ਚ ਪਿਆਰਿਓ, ਜਦੋਂ ਕਿਤੇ ਬੰਦਗੀ ਵਾਲੇ ਦੀ ਚਰਨ ਧੂੜੀ ਵੀ ਮਿਲ ਜਾਵੇ ਨਾ, ਉਹਦੇ ਨਾਲ ਵੀ ਜੀਵਨ ਬਦਲ ਜਾਂਦਾ ਜੀ। ਹਾਂਜੀ ਹਰ ਕਾ ਸੰਤ ਮਿਲੈ ਗੁਰ ਸਾਧੂ, ਲੈ ਤਿਸ ਕੀ ਧੂਰ ਮੁਖ ਲਾਈ। ਮਹਾਰਾਜ ਕਹਿਣ ਲੱਗੇ ਉਹ ਵੀ ਤੀਰਥੇ ਬੇਨਤੀਆਂ ਕਰਦੇ ਆ, ਕੋਈ ਰੱਬ ਦਾ ਪਿਆਰਾ ਸਾਧੂ ਮਿਲ ਜਾਵੇ, ਅਸੀਂ ਉਹਦੀ ਧੂੜੀ ਨੂੰ ਲਾਈਏ ਮੁਖ ਤੇ ਆਪਣੇ, ਤੇ ਸਾਡਾ ਭਲਾ ਹੋਵੇ ਜੀ। ਸੰਗਤ ਜੀ ਧੂੜੀ ਦਾ ਪ੍ਰਤਾਪ ਨਹੀਂ, ਧੂੜੀ ਦਾ ਪ੍ਰਤਾਪ ਨਾਮ ਕਰਕੇ ਹੈਗਾ ਜੀ। ਮਾਘ ਮੱਜਨ ਸੰਗ ਸਾਧੂਆਂ, ਧੂੜੀ ਕਰ ਇਸਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾ ਨੋ ਕਰ ਦਾਨ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਮੁੱਖ ਮਸਲਾ ਨਾਮ ਦਾ ਹੈਗਾ ਜੀ, ਸਿਮਰਨ ਦਾ ਹੈਗਾ ਜੀ। ਹਾਂਜੀ ਪਿਆਰਿਓ, ਆਪਾਂ ਵਾਹਿਗੁਰੂ 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 ਜੀਭ ਕਰਕੇ ਜਪਦੇ ਹਾਂ, ਰੱਬ ਦੇ ਪਿਆਰੇ ਨਾਮ ਨੂੰ ਆਪਣੇ ਸਰੀਰ ਵਿੱਚ ਪ੍ਰਗਟ ਕਰ ਦਿੰਦੇ ਆ ਜੀ। ਜਦੋਂ ਨਾਮ ਜਪ ਜਪ ਕੇ ਨਾਮ ਸਰੀਰ ਵਿੱਚ ਪ੍ਰਗਟ ਹੋ ਜਾਂਦਾ ਨਾ ਜੀ, ਫਿਰ ਸਾਧ ਸੰਗਤ ਜੀ ਬੜੀ ਕਿਰਪਾ ਵਰਤਦੀ ਜੀ, ਉਹ ਬੰਦੇ ਦਾ ਸਰੀਰ ਤੀਰਥ ਬਣ ਜਾਂਦਾ ਜੀ। ਹਾਂਜੀ ਜਿਤਨੀ ਸ੍ਰੇਸ਼ਟ ਤੁਮਰੀ ਮੇਰੇ ਸੁਆਮੀ, ਸਭ ਤਿਤਨੀ ਲੋਚੈ ਧੂਰ ਸਾਧੂ ਕੀ ਤਾਈ। ਇਸ ਕਰਕੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹੇ ਵਾਹਿਗੁਰੂ, ਜਿੰਨੇ ਤੈਨੂੰ ਚਾਹਣ ਵਾਲੇ ਐ,
ਪਰਮੇਸ਼ਰ ਦੇ ਪਿਆਰੇ ਹੈ, ਉਹ ਕੀ ਮੰਗਦੇ ਹੈ? ਕਿਸੇ ਰੱਬ ਦੇ ਪਿਆਰੇ ਦੀ ਮੈਨੂੰ ਚਰਨ ਧੂੜੀ ਮਿਲ ਜਾਵੇ, ਦਰਸ਼ਨ ਮਿਲ ਜਾਣ, ਸੰਗਤ ਮਿਲ ਜਾਵੇ। ਹਾਂਜੀ, ਨਾਨਕ ਲਿਲਾਟ ਹੋਵੇ ਜਿਸ ਲਿਖਿਆ, ਤਿਸ ਸਾਧੂ ਧੂਰ ਦੇ ਹਰ ਪਾਰ ਲੰਘਾਈ। ਪਰ ਆ ਬਚਨ ਮਹਾਰਾਜ ਗਰੀਬ ਨਵਾਜ ਜੀ ਦਾ ਬੜਾ ਵਧੀਆ ਤੇ ਬੜਾ ਉੱਤਮ ਹੈ। ਪਿਆਰ ਨਾਲ ਕਹੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਧੰਨ ਮਹਾਰਾਜ। ਗੁਰੂ ਰਾਮਦਾਸ ਜੀ ਮਹਾਰਾਜ। ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿੰਦੇ ਪਰ ਧੂੜੀ ਐਵੇਂ ਨਹੀਂ ਮਿਲਦੀ ਜੀ। ਹਾਂਜੀ, ਧੂੜੀ ਐਵੇਂ ਨਹੀਂ ਮਿਲਦੀ। ਧੂੜੀ ਕਿਵੇਂ ਮਿਲਦੀ ਹੈ? ਮਹਾਰਾਜ ਕਹਿੰਦੇ ਜਿਹਦੇ ਮੱਥੇ ਦੇ ਲੇਖ ਲਿਖੇ ਹੋਣ ਜੀ, ਜਿਹਦੇ ਭਾਗ ਚੰਗੇ ਹੋਣ ਨਾ ਜੀ, ਉਹਨਾਂ ਨੂੰ ਕਿਸੇ ਗੁਰਮੁਖ ਰੱਬ ਦੇ ਪਿਆਰੇ ਦੀ ਧੂੜ ਪ੍ਰਾਪਤ ਹੁੰਦੀ ਹੈ ਤੇ ਉਹ ਪਾਰ ਉਤਾਰਾ ਹੋ ਜਾਂਦਾ ਜੀ ਉਹਨਾਂ ਦਾ ਜੀ। ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ, ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ। ਗੁਰਮੁਖ ਛੇਤੀ ਕਿਤੇ ਬੰਦੇ ਨੂੰ ਲਾਗੇ ਹੀ ਨਹੀਂ ਲਾਉਂਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਜਿਹੜੇ ਗੁਰਮੁਖ ਹੈ ਨਾ ਜੀ, ਕਿਉਂ ਉਹ ਏਡੇ ਵੱਡੇ ਪਸਾਰੇ ਵਿੱਚ ਨਹੀਂ ਪੈਂਦੇ ਜੀ। ਜੇ ਉਹ ਬਹੁਤੇ ਬੰਦਿਆਂ ਨੂੰ ਕਹਿਣ ਵੀ ਆ ਜਾਓ ਆ ਜਾਓ ਆ ਜਾਓ, ਫਿਰ ਤਾਂ ਉਹਨਾਂ ਕੋਲ ਬਾਣੀ ਪੜ੍ਹੀ ਨਾ ਜਾਵੇ, ਉਹਨਾਂ ਕੋਲ ਨਾਮ ਹੀ ਨਾ ਜਪਿਆ ਜਾਵੇ ਜੀ। ਤੁਸੀਂ ਵੇਖ ਲਓ, 4 ਬੰਦੇ ਕਿਤੇ ਵੱਧ ਆ ਜਾਣ, ਇਹ ਬੰਦੇ ਦੇ ਆਪਣੇ ਦਿਨ ਦੇ ਪ੍ਰੋਗਰਾਮ ਖਰਾਬ ਹੋ ਜਾਂਦੇ ਜੀ। ਹਾਂਜੀ, ਤੇ ਰੱਬ ਦੇ ਪਿਆਰੇ ਜਿੰਨਾ 8 ਪੈਰ ਨਾਮ ਜਪਣਾ, ਉਹ ਇਹਨਾਂ ਕੰਮਾਂ 'ਚ ਨਹੀਂ ਪੈਂਦੇ ਜੀ। ਛੇਤੀ ਕਿਤੇ ਕਿਸੇ ਬੰਦੇ ਨੂੰ ਉਹ ਨੇੜੇ ਨਹੀਂ ਲਾਉਂਦੇ ਜੀ, ਤੇ ਜੇ ਲਾ ਲੈਣ ਫਿਰ ਉਹਨੂੰ ਪਾਰ ਲੰਘਾ ਦਿੰਦੇ ਜੀ। ਨਾਨਕ ਲਿਲਾਟ ਹੋਵੇ ਜਿਸ ਲਿਖਿਆ, ਤਿਸ ਸਾਧੂ ਧੂਰ ਦੇ ਹਰ ਪਾਰ ਲੰਘਾਈ। ਮਹਾਰਾਜ ਉਹਨੂੰ ਰੱਬ ਦੇ ਪਿਆਰੇ ਦੀ ਧੂੜੀ ਦੇ ਕੇ ਪਾਰ ਕਰ ਦਿੰਦੇ ਪਰਮੇਸ਼ਰ ਦੀ। ਪਰ ਕਿਹਨੂੰ? ਜਿਹੜੇ ਮੱਥੇ ਦੇ ਭਾਗ ਲਿਖੇ ਹੋਣ ਜੀ। ਗੱਲ ਸੱਚੀ ਗੁਰੂ ਰਾਮਦਾਸ ਜੀ ਦੀ। ਕਿਉਂ? ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰੀ ਜਾਂਦੇ ਨਹੀਂ ਤੇ ਲੋਕ ਜੀ। ਕਿਉਂ? ਉਹਨਾਂ ਦੇ ਭਾਗ ਨਹੀਂ ਨਾ ਚੰਗੇ, ਉਹਨਾਂ ਨੂੰ ਸੰਗਤ ਕੀ ਮਿਲਣੀ, ਉਹ ਉਲਟਾ ਨਿੰਦਿਆ ਕਰੀ ਜਾਂਦੇ ਜੀ। ਹਾਂਜੀ, ਉਹ ਜੀਵ ਨਿੰਦਿਆ ਕਰੀ ਜਾਂਦੀ ਜੀ ਉਹਨਾਂ ਦੀ ਜੀ। ਮਹਾਰਾਜ ਕਹਿੰਦੇ ਇਸ ਕਰਕੇ ਤੀਰਥਾਂ ਨਾਲੋਂ ਰੱਬ ਦੇ ਪਿਆਰੇ ਵੱਡੇ ਹੈਗੇ ਆ। ਰੱਬ ਦੇ ਪਿਆਰੇ ਵੱਡੇ ਹੈਗੇ। ਉਹ ਕੀ ਹੈ? ਤੀਰਥ ਜੜ ਹੈ, ਰੱਬ ਦੇ ਪਿਆਰੇ ਜੰਗਮ ਨੇ, ਜਿੱਥੇ ਚਾਹਣ ਜਾ ਕੇ ਭਲਾ ਕਰ ਦਿੰਦੇ ਬੰਦੇ ਦਾ ਜੀ। ਕੌਣ ਵੱਡਾ ਜੀ? ਰੱਬ ਦੇ ਪਿਆਰੇ ਵੱਡੇ ਆ, ਸਾਧੂ ਵੱਡੇ ਹਨ। ਅੱਜ ਤੇ ਸਾਧੂ ਕਹਿੰਦੇ ਆ ਵੀ ਨਾ, ਸੰਗਤ ਜੀ ਬੰਦੇ ਲੱਜਾ ਕਰਦੇ, ਸ਼ਰਮ ਕਰਦੇ ਜੀ। ਇੱਕ ਸ਼ਬਦ ਤੁਸੀਂ ਵੀ ਬੜਾ ਸੁਣਿਆ ਹੋਏਗਾ, ਪਖੰਡੀ ਸਾਧ। ਗੱਜ ਕੇ ਆਖੋ ਵਾਹਿਗੁਰੂ। ਇਹ ਸ਼ਬਦ ਸੁਣਿਆ, ਮੈਨੂੰ ਮਾਫ ਕਰਿਓ, ਕਥਾ 'ਚ ਕਹਿਣਾ ਪੈ ਰਿਹਾ। ਪਖੰਡੀ ਸਾਧ ਸ਼ਬਦ ਤੁਸੀਂ ਸੁਣਿਆ ਹੋਏਗਾ। ਜਿਹੜੇ ਪਖੰਡੀ ਸਾਧ ਸ਼ਬਦ ਵਰਤਦੇ ਆ ਨਾ, ਉਹਨਾਂ ਨੂੰ ਬੇਨਤੀ ਹੈ, ਭਾਈ ਸਾਧੂ ਪਖੰਡੀ ਨਹੀਂ ਹੁੰਦਾ, ਤੇ ਜਿਹੜਾ ਪਖੰਡੀ ਹੁੰਦਾ ਉਹ ਸਾਧੂ ਨਹੀਂ ਹੁੰਦਾ। ਇਸ ਕਰਕੇ ਇਹ ਸ਼ਬਦ ਇਕੱਠਾ ਨਾ ਜੋੜਿਆ ਕਰੋ। ਸਿੱਧਾ ਕਹੋ ਬੰਦਾ ਪਖੰਡੀ ਹੈ, ਸਾਧ ਕਹਿਣ ਦੀ ਕੀ ਲੋੜ ਹੈਗੀ ਜੀ। ਸਾਧ ਨਾ ਆਖੋ ਉਹਨੂੰ। ਤੇ ਜੇ ਸਾਧ ਆਖਣਾ ਹੈ ਤੇ ਸਾਧ ਪਖੰਡੀ ਨਹੀਂ ਹੁੰਦਾ, ਸਾਧ ਅਸਲੀ ਹੁੰਦਾ ਹੈ। ਇਹ ਕਹੋ ਉਹ ਬੰਦਾ ਪਖੰਡੀ ਹੈਗਾ ਜੀ। ਇਹ ਕਿਉਂ ਕਹਿੰਦੇ ਚ ਪਖੰਡੀ ਸਾਧ ਹੈਗਾ ਜੀ? ਹਾਂਜੀ, ਸਾਧ ਨਾ ਕਹੋ, ਕਿਉਂਕਿ ਸਾਧ ਸ਼ਬਦ ਵੱਡਾ ਹੈ। ਸਾਧੂ ਉਹ ਹੈ, ਮਹਾਰਾਜ ਕਹਿੰਦੇ ਜਿਹਦੇ ਨਾਲ ਰਲ ਕੇ ਮਿਹਨਤ ਨਹੀਂ ਕਰਨੀ ਪੈਂਦੀ, ਉਹਦੇ ਦਰਸ਼ਨ ਕਰਕੇ ਬੰਦਾ ਨਿਹਾਲ ਹੋ ਜਾਂਦਾ ਹੈ ਜੀ। ਉਹਦੇ ਦਰਸ਼ਨ ਕਰਕੇ ਜੀ। ਹਾਂਜੀ, ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕੈ ਸੰਗ ਕਲੂਖਤ ਹਰੈ, ਜਿਹਦਾ ਦਰਸ਼ਨ ਕਰਕੇ ਪਾਪ ਦੂਰ ਹੋ ਜਾਂਦੇ ਹੈ, ਉਹ ਹੈ ਸਾਧੂ। ਸਾਧ ਕਿੱਡਾ ਵੱਡਾ ਸ਼ਬਦ ਹੈ, ਸੰਤ ਕਿੰਨਾ ਵੱਡਾ ਸ਼ਬਦ ਹੈ। ਬ੍ਰਹਮ ਗਿਆਨੀ, ਗੁਰਸਿੱਖ, ਗੁਰਮੁਖ, ਸਿੱਖ, ਇਹ ਸ਼ਬਦ ਬੜੇ ਬੜੇ ਵੱਡੇ ਹੈ। ਸੋ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਤਪਾ ਜੀ ਤੀਰਥਾਂ ਨਾਲੋਂ ਵੀ ਵੱਡੇ ਰੱਬ ਦੇ ਪਿਆਰੇ ਹੈਗੇ ਆ। ਹਾਂਜੀ, ਦੋਹਰਾ ਸ੍ਰੀ ਸਤਿਗੁਰ ਮੁਖ ਤੇ ਸੁਣਿਓ ਸ਼ਬਦ, ਸੋ ਅਰਥ ਸਮੇਤ। ਤਪੇ ਨੇ ਧੰਨ ਗੁਰੂ ਰਾਮਦਾਸ ਸਾਹਿਬ ਗਰੀਬ ਨਵਾਜ ਜੀ ਦੇ ਮੁਖੋਂ ਸ਼ਬਦ ਸੁਣਿਆ, ਨਾਲ ਅਰਥ ਸੁਣੇ ਜੀ। ਹਾਂਜੀ, ਗਾਦ ਗਾਦ ਭਇਓ ਪ੍ਰਸੰਨ, ਤਬ ਔਰ ਭਾ ਪ੍ਰੇਮ ਨਕੇਤ। ਗਦ ਗਦ ਭਇਓ ਪ੍ਰਸੰਨ, ਤਬ ਔਰ ਭਾ ਪ੍ਰੇਮ ਨਕੇਤ।
ਉਹ ਸੁਣ ਕੇ ਗਦ-ਗਦ ਹੋ ਗਿਆ, ਖੁਸ਼ ਹੋ ਗਿਆ, ਕਿਉਂਕਿ ਜਦੋਂ ਗੁਰੂ ਰਾਮਦਾਸ ਜੀ ਮੁਖੋਂ ਬਚਨ ਕਰਦੇ, ਗੁਰੂ ਰਾਮਦਾਸ ਜੀ ਦੀ ਕਿਰਪਾ ਵੀ ਵਰਸਦੀ ਹੈ ਜੀ। ਵਾਹਿਗੁਰੂ। ਉਹ ਖੁਸ਼ ਹੋਇਆ ਜੀ, ਉਹ ਆਨੰਦਿਤ ਹੋ ਗਿਆ, ਉਹ ਪ੍ਰਸੰਨ ਹੋ ਗਿਆ। ਸਾਧ ਸੰਗਤ ਜੀ, ਉਹਦੇ ਮਨ 'ਚ ਸ਼ਾਂਤੀ ਆਈ ਜੀ। ਹਾਂਜੀ। ਚਉਪਈ ਤਪੇ ਹਿਰਦੇ ਸ਼ਰਧਾ ਤਬ ਆਈ। ਉਹ ਤਪਾ ਜਿਹੜਾ ਪਹਿਲਾਂ ਸ਼ੰਕਾ ਕਰਦਾ ਸੀ ਨਾ ਜੀ, ਹੁਣ ਮਹਾਰਾਜ ਦੇ ਬਚਨ ਸੁਣ ਕੇ ਉਹਦੇ ਮਨ 'ਚ ਸ਼ਰਧਾ ਆ ਗਈ ਜੀ, ਸ਼ਰਧਾ ਆ ਗਈ। ਕਰਤ ਭਇਓ ਬਹੁ ਭਾਂਤ ਵਡਾਈ। ਜਿਹੜਾ ਇਸ ਫੁਰਨੇ ਦੇ ਨਾਲ ਆਇਆ ਸੀ ਵੀ ਮੈਂ ਮਹਾਰਾਜ ਨਾਲ ਗੱਲਬਾਤ ਕਰਨੀ, ਲੋਕ ਕਿਉਂ ਮਗਰ ਲਾਏ ਆ, ਉਹ ਤਪਾ ਧੰਨ ਗੁਰੂ ਰਾਮਦਾਸ ਜੀ ਦੀਆਂ ਵਡਿਆਈਆਂ ਕਰਨ ਲੱਗ ਪਿਆ ਜੀ। ਹਾਂਜੀ। ਕਿਰਪਾ ਦ੍ਰਿਸ਼ਟ ਗੁਰ ਹੀਰਨ ਕਰੀ। ਜਦੋਂ ਉਹਨੇ ਮਹਾਰਾਜ ਦੀਆਂ ਕੀਤੀਆਂ ਨਾ ਵਡਿਆਈਆਂ, ਫਿਰ ਗੁਰੂ ਰਾਮਦਾਸ ਜੀ ਨੇ ਉਹਦੇ ਤੇ ਮਿਹਰ ਦੀ ਦ੍ਰਿਸ਼ਟੀ ਨਾਲ ਦੇਖਿਆ ਜੀ। ਹਾਂਜੀ। ਜਿਸ ਤੇ ਦੁਰਮਤ ਤਿਸ ਕੀ ਹਰੀ। ਤੇ ਕੀਤਾ ਕੀ, ਗੁਰੂ ਰਾਮਦਾਸ ਜੀ ਨੇ ਮਿਹਰ ਦੀ ਦ੍ਰਿਸ਼ਟੀ ਪਾਈ ਤੇ ਉਹਦੀ ਸਾਰੀ ਮੈੜੀ ਮੱਤ ਹੀ ਦੂਰ ਕਰ ਦਿੱਤੀ ਜੀ। ਗੱਜ ਕੇ ਆਖੋ ਵਾਹਿਗੁਰੂ। ਮੈਂ 1 ਮਿੰਟ 'ਚ ਬੇਨਤੀ ਕਰਕੇ ਅੱਗੇ ਚੱਲਦਾ। ਪਿਆਰਿਓ, ਮੈਲੀ ਮੱਤ ਨਹੀਂ ਤੇ ਟਿਕਣ ਦਿੰਦੀ ਜੀ। ਜਿਹੜੀ ਮੱਤ ਮੈਲੀ ਹੁੰਦੀ ਨਾ, ਉਹ ਸੇਵਾ ਕਰਦਿਆਂ ਵੀ ਤੰਗ ਕਰੀ ਜਾਂਦੀ ਜੀ, ਉਹ ਭਜਨ ਕਰਦਿਆਂ ਵੀ ਤੰਗ ਕਰੀ ਜਾਂਦੀ ਜੀ, ਉਹ ਸੰਗਤ ਵਿੱਚ ਬੈਠਿਆਂ ਵੀ ਬੰਦੇ ਨੂੰ ਤੰਗ ਕਰਦੀ ਹੈ। ਪਰ ਜਿਹਦੇ ਤੇ ਮਹਾਰਾਜ ਹੱਥ ਰੱਖ ਦੇਣ, ਜਿਹਦੇ ਤੇ ਗੁਰੂ ਸਾਹਿਬ ਦ੍ਰਿਸ਼ਟੀ ਪਾ ਦੇਣ ਨਾ, ਸਭ ਤੋਂ ਪਹਿਲਾਂ ਉਹਦੀ ਮਾੜੀ ਮੱਤ ਦੂਰ ਕਰਦੇ ਜੀ। ਪਤਾ ਕਿਵੇਂ ਜੀ? ਉਸ ਬੰਦੇ ਦਾ ਮਾੜਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਫਿਰ ਜੀ। ਜਿਹਦਾ ਮਾੜਾ ਕੰਮ ਕਰਨ ਨੂੰ ਜੀ ਨਾ ਕਰੇ, ਸਮਝੋ ਉਹਦੇ ਤੇ ਗੁਰੂ ਦੀ ਮਿਹਰ ਹੈ ਜੀ, ਕਿਰਪਾ ਹੈ। ਮਹਾਰਾਜ ਨੇ ਖੋਟੀ ਮੱਤ ਦੂਰ ਕਰ ਦਿੱਤੀ ਜੀ ਉਹਦੀ ਜੀ। ਹਾਂਜੀ। ਕਹਿਣ ਲੱਗਿਓ ਜਾਗੇ ਮਮ ਭਾਗਾ। ਤੇ ਹੁਣ ਸਾਰਿਆਂ ਵਿੱਚ ਉੱਠ ਕੇ ਖਲੋ ਗਿਆ। ਤੇ ਉੱਠ ਕੇ ਖਲੋ ਕੇ ਪਤਾ ਕੀ ਕਹਿੰਦਾ? ਕਹਿੰਦਾ ਵਾਹ ਵਾਹ, ਮੇਰੇ ਤੇ ਭਾਗ ਹੀ ਜਾਗ ਪਏ। ਕਹਿਣ ਲੱਗਾ, ਵੇਖ ਲੋ, ਆਇਆ ਲੜਨ ਸੀਗਾ, ਪਰ ਮਹਾਰਾਜ ਦੇ ਦਰਸ਼ਨ ਕਰਕੇ, ਬਚਨ ਸੁਣ ਕੇ ਜੀਵਨ ਹੀ ਬਦਲ ਗਿਆ ਜੀ। ਕਹਿਣ ਲੱਗਾ ਮੇਰੇ ਤੇ ਭਾਗ ਜਾਗ ਗਏ। ਅਨੁਰਾਗਤ ਰਾਵਰ ਮੁਖ ਲਾਗਾ। ਮੇਰਾ ਤੁਹਾਡੇ ਦਰਸ਼ਨ ਕਰਕੇ ਮੇਰੇ ਮਨ ਵਿੱਚ ਬੜਾ ਪ੍ਰੇਮ ਪੈਦਾ ਹੋਇਆ। ਮੇਰੇ ਚੰਗੇ ਭਾਗ, ਮੈਂ ਤੁਹਾਡੇ ਦਰਸ਼ਨ ਕੀਤੇ, ਮੇਰੇ ਭਾਗ ਜਾਗ ਪਏ ਹੈ। ਹਾਂਜੀ। ਜਬ ਤੁਮ ਕਿਰਪਾ ਕਰਹੁ ਲਖ ਦਾਸ, ਤਬ ਉਰ ਦੇਤੇ ਤੁਰਤ ਪ੍ਰਕਾਸ਼। ਹੁਣ ਉਹ ਤਪਾ ਸੀਗਾ, ਮਿਹਨਤ ਕੀਤੀ ਸੀ, ਉਹਨੂੰ ਸਮਝ ਸੀਗੀ ਵੀ ਮੇਰੇ ਅੰਦਰ ਕੀ ਗੱਲ ਵਰਤੀ ਹੈ। ਕਹਿਣ ਲੱਗਾ ਮਹਾਰਾਜ, ਮੈਨੂੰ ਤੁਹਾਡੀ ਕਿਰਪਾ ਦ੍ਰਿਸ਼ਟੀ ਦਾ ਪਤਾ ਲੱਗ ਗਿਆ। ਜਿਹੜੇ ਤੇ ਤੁਸੀਂ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਹੋ, ਉਹਦੇ ਅੰਦਰ ਉਸੇ ਵੇਲੇ ਪ੍ਰਕਾਸ਼ ਹੋ ਜਾਂਦਾ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਭਾਵ ਉਹਦੇ ਅੰਦਰ ਨਾਮ ਦਾ ਪ੍ਰਕਾਸ਼ ਹੋ ਜਾਂਦਾ, ਉਹਦੇ ਅੰਦਰ ਸੁੱਖ ਆਉਂਦਾ, ਉਹਦੇ ਤੇ ਸ਼ਾਂਤੀ ਆਉਂਦੀ ਹੈ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਜਿਹਦੇ ਤੇ ਗੁਰੂ ਹੱਥ ਰੱਖ ਦੇਵੇ ਨਾ, ਉਹਦੇ ਅੰਦਰੋਂ ਬੁਰਿਆਈਆਂ ਕੱਢ ਦਿੰਦੇ ਜੀ। ਹਾਂਜੀ। ਮੋਹ ਮਨ ਮਾਨੀ ਮਾਨ ਮਹਾਨ। ਹੁਣ ਆਪ ਕਹਿ ਰਿਹਾ ਜੀ, ਵੇਖੋ ਇੰਨਾ ਫਰਕ ਹੁੰਦਾ ਜੀ। ਹਾਂਜੀ। ਪਹਿਲਾਂ ਕੀ ਸੀ? ਪਹਿਲਾਂ ਮਹਾਰਾਜ ਨਾਲ ਲੜਨ ਦੇ ਫੁਰਨੇ ਨਾਲ ਆਇਆ ਸੀ। ਹੁਣ ਹੱਥ ਜੋੜ ਕੇ ਸੰਗਤ ਵਿੱਚ ਕਹਿੰਦਾ, ਮਹਾਰਾਜ ਮੈਂ ਹੰਕਾਰੀ ਬੰਦਾ ਸਾਂ। ਮੋਹ ਮਨ ਮਾਨੀ ਮਾਨ ਮਹਾਨ। ਮੇਰੇ ਮਨ ਵਿੱਚ ਬੜਾ ਮਾਣ ਸੀ, ਮੈਂ ਅਭਿਮਾਨੀ ਸਾਂ, ਹੰਕਾਰੀ ਸਾਂ। ਹਾਂਜੀ। ਮਹਿਮਾ ਨਹਿ ਮਾਨੀ ਮਤ ਹਾਨ। ਜਿਹਦੇ ਕਰਕੇ ਮੈਂ ਤੁਹਾਡੀ ਮਹਿਮਾ ਨਹੀਂ ਜਾਣੀ। ਲੋਕ ਤੁਹਾਡੀਆਂ ਸਿਫਤਾਂ ਕਰਦੇ ਸੀ, ਮੈਂ ਦੁਖੀ ਹੁੰਦਾ ਸਾਂ। ਪਰ ਮਹਾਰਾਜ, ਮੈਨੂੰ ਹੁਣ ਪਤਾ ਲੱਗਾ ਤੁਸੀਂ ਕੀ ਹੈਗੇ ਹੋ ਮਹਾਰਾਜ। ਜਦੋਂ ਮਹਾਰਾਜ ਨੇ ਕਿਣਕਾ ਦੇਤਾ, ਅਜੇ ਮਹਾਰਾਜ ਨੇ ਬਹੁਤਾ ਨਹੀਂ ਕੁਝ ਦਿੱਤਾ, ਕਿਣਕਾ ਹੀ ਦਿੱਤਾ ਜੀ। ਹਾਂਜੀ। ਸਨਮੁਖ ਬੋਲਿਓ ਮੈਂ ਬਹੁ ਭੁੱਲਾ। ਮਹਾਰਾਜ, ਮੇਰੇ ਕੋਲੋਂ ਭੁੱਲ ਹੋ ਗਈ। ਕਿਉਂ? ਮੈਂ ਤੁਹਾਡੇ ਸਾਹਮਣੇ ਬੋਲਿਆ ਮਹਾਰਾਜ। ਕਹਿੰਦਾ ਤੁਸੀਂ ਮਹਾਰਾਜ, ਤੁਹਾਡੇ ਸਿੱਖਾਂ ਦਾ ਕਲਿਆਣ ਨਹੀਂ ਹੋਣਾ ਜੀ, ਇਹ ਤੀਰਥਾਂ ਤੇ ਨਹੀਂ ਜਾਂਦੇ ਜੀ, ਇਹ ਵੇਦ ਨਹੀਂ ਪੜ੍ਹਦੇ ਜੀ। ਕਹਿੰਦਾ ਮਹਾਰਾਜ, ਮੇਰੇ ਕੋਲ ਭੁੱਲ ਹੋ ਗਈ, ਮੈਂ ਤੁਹਾਡੇ ਸਾਹਮਣੇ ਬੋਲਿਆ। ਹਾਂਜੀ। ਪ੍ਰਤਕੂਲਨ ਪਰ ਤੁਮ ਅਨਕੂਲਾ। ਮਹਾਰਾਜ, ਤੁਸੀਂ ਤੇ ਬੜੇ ਵੱਡੇ ਹੋ, ਵਿਰੋਧੀਆਂ ਉੱਤੇ ਵੀ ਮਿਹਰ ਕਰ ਦਿੰਦੇ ਹੋ। ਗੱਜ ਕੇ ਆਖੋ ਵਾਹਿਗੁਰੂ। ਵਿਰੋਧੀਆਂ ਉੱਤੇ ਵੀ ਕੋਈ ਬੰਦਾ ਲੜਨ ਦੇ ਫੁਰਨੇ ਨਾਲ ਆਵੇ, ਤੁਸੀਂ ਉਹਦੇ ਤੇ ਕਿਰਪਾ ਕਰ ਦਿੰਦੇ ਹੋ, ਉਹਨੂੰ ਨਾਮ ਦੀ ਦਾਤ ਦੇ ਦਿੰਦੇ ਹੋ, ਉਹਦੇ ਤੇ ਬਖਸ਼ਿਸ਼ ਕਰ ਦਿੰਦੇ ਹੋ। ਮਹਾਰਾਜ, ਤੁਸੀਂ ਤੇ ਧੰਨ ਹੋ। ਸਾਧ ਸੰਗਤ, ਸਾਡਾ ਵਿਰੋਧੀ ਕੋਈ ਆਵੇ, ਅਸੀਂ ਗਾਟਾ ਹੀ ਲਾਵਾਂਗੇ ਉਹਦਾ ਜੀ। ਪਰ ਮਹਾਰਾਜ ਦਾ ਕੋਈ ਵਿਰੋਧੀ ਬਣ ਕੇ ਵੀ ਆਵੇ, ਗੁਰੂ ਰਾਮਦਾਸ ਸਾਹਿਬ ਉਹਦੇ ਤੇ ਵੀ ਮਿਹਰ ਕਰ ਦਿੰਦੇ ਜੀ।
ਉਹ ਕਹਿੰਦੇ ਨਾਲ ਜੀ ਬੁਰਿਆਂ ਨਾਲ ਭਲਾਈ ਕਰਨੀ ਇਹ ਗੁਰੂ ਨਾਨਕ ਜਾਣੇ। ਇਹ ਗੁਰੂ ਨਾਨਕ ਸਾਹਿਬ ਜਾਣਦੇ ਹੈ ਬੁਰੇ ਨਾਲ ਭਲਾ ਕਿਵੇਂ ਕਰਨਾ ਜੀ। ਹਾਂਜੀ। ਆਸ ਦਾਤੇ ਤੁਮ ਤਿਆਗਹਿ ਜੋਏ। ਮਹਾਰਾਜ ਗਰੀਬ ਨਵਾਜ ਮੈਂ ਭੁੱਲਿਆ ਰਿਹਾ, ਤੁਹਾਡੇ ਚਰਨਾਂ 'ਚ ਨਹੀਂ ਆਇਆ, ਤੁਹਾਡੇ ਵਰਗੇ ਗੁਰੂ ਨੂੰ ਜਿਹੜਾ ਛੱਡ ਦੇ। ਹਾਂਜੀ। ਸੋ ਮੂਰਖ ਲੈ ਸਭ ਕੁਛ ਖੋਏ। ਮੈਂ ਸਮਝਾਂਗਾ ਉਹ ਬੰਦਾ ਦੁਨੀਆ ਦਾ ਸਭ ਤੋਂ ਵੱਡਾ ਮੂਰਖ ਹੈ ਤੇ ਉਹਦਾ ਸਾਰਾ ਕੁਝ ਗਵਾਚ ਜਾਏਗਾ ਜੀ। ਤਪੇ ਨੇ ਗੱਲ ਕਹੀ। ਹੁਣ ਗੱਲ ਦੂਜੇ ਭਾਵ ਨਾਲ ਸੁਣਿਓ ਜੀ। ਤਪਾ ਪਤਾ ਕੀ ਕਹਿ ਰਿਹਾ ਸਾਨੂੰ? ਸਿੱਖੋ, ਤੁਸੀਂ ਸਿੱਖ ਹੋ ਕੇ ਗੁਰੂ ਰਾਮਦਾਸ ਜੀ ਦਾ ਦਰ ਛੱਡੋਗੇ, ਸਭ ਤੋਂ ਵੱਡੇ ਮੂਰਖ ਹੋਵੋਗੇ ਤੇ ਜੋ ਕੋਲ ਹੈ ਉਹ ਵੀ ਗਵਾ ਬੈਠੋਗੇ ਜੀ। ਹਾਂਜੀ। ਮਹਾਰਾਜ ਤੁਹਾਡੇ ਵਰਗੇ ਸਤਿਗੁਰੂ ਨੂੰ ਛੱਡ ਦੇ, ਜਿਹੜਾ ਤੁਹਾਡੀ ਸਿੱਖੀ ਨਾ ਧਾਰਨ ਕਰੇ ਉਹ ਤੇ ਮੂਰਖ ਹੀ ਹੋਏਗਾ। ਹਾਂਜੀ। ਆਪ ਮਨ ਜਾਣਿਓ ਸੰਤ ਮਹਾਤਮ। ਹੁਣ ਮੈਨੂੰ ਵਾਕਈ ਪਤਾ ਲੱਗ ਗਿਆ ਸੰਤ ਦਾ ਮਹਾਤਮ ਕੀ ਹੁੰਦਾ ਹੈ। ਹਾਂਜੀ। ਜਿਸ ਤੇ ਪ੍ਰਾਪਤ ਗਿਆਤਾ ਆਤਮ। ਕਿਉਂ ਮੈਂ ਬੜੇ ਬੜੇ ਤੀਰਥਾਂ ਤੇ ਜਾ ਇਸ਼ਨਾਨ ਕੀਤਾ, ਬੜਾ ਵੇਦ ਬਾਣੀ ਪੜ੍ਹੀ, ਪਰ ਅੱਜ ਤੁਹਾਡੇ ਦਰਸ਼ਨ ਕਰਕੇ ਮੈਨੂੰ ਆਤਮ ਗਿਆਨ ਹੋਇਆ। ਤੁਹਾਡੇ ਦਰਸ਼ਨ ਕਰਕੇ, ਤੁਹਾਡੇ ਕੋਲ ਆ ਕੇ ਮੈਨੂੰ ਨਾਮ ਦੀ ਦਾਤ ਮਿਲੀ ਹੈ, ਭਟਕ ਕੇ ਦਾਤ ਨਹੀਂ ਮਿਲੀ ਜੀ। ਸਾਧ ਸੰਗਤ ਜੀ, ਦਾਤਾਂ ਭਟਕ ਕੇ ਮਿਲਦੀਆਂ ਵੀ ਨਹੀਂ ਹਨ ਜੀ, ਦਾਤਾਂ ਟਿਕ ਕੇ ਹੀ ਮਿਲਦੀਆਂ ਹੈ ਜੀ। ਹਾਂਜੀ। ਤਾਜ ਪਾਖੰਡ ਗੁਰ ਕੋ ਸਿੱਖ ਹੋਇਓ। ਕਵੀ ਸੰਤੋਖ ਸਿੰਘ ਜੀ ਕਹਿੰਦੇ ਉਸ ਤਪੇ ਨੇ ਪਖੰਡ ਛੱਡਤਾ ਜੀ। ਮੈਂ ਅੱਜ ਤੋਂ ਬਾਅਦ ਪਖੰਡ ਨਹੀਂ ਕਰਨਾ। ਤਪਾ ਸੱਚੇ ਮਨੋ ਧੰਨ ਗੁਰੂ ਰਾਮਦਾਸ ਜੀ ਦਾ ਸਿੱਖ ਬਣ ਗਿਆ ਜੀ। ਗੱਜ ਕੇ ਆਖੋ ਤਾਂ ਵਾਹਿਗੁਰੂ। ਵੇਖ ਲਓ, ਆਇਆ ਤੇ ਲੜਨ ਸੀ ਪਰ ਗੁਰੂ ਰਾਮਦਾਸ ਜੀ ਦਾ ਹੀ ਹੋ ਕੇ ਚਲੇ ਗਿਆ ਜੀ। ਗੁਰੂ ਰਾਮਦਾਸ ਸਾਹਿਬ ਦਾ ਦਰ ਐਸਾ, ਗੁਰੂ ਰਾਮਦਾਸ ਸਾਹਿਬ ਆਪ ਇਹੋ ਜਿਹੇ ਹੈ। ਇੱਕ ਆਇਆ ਸੀ ਹਿੰਦੂ ਫਕੀਰ ਹੀ ਕਹਿ ਲਓ, ਉਹ ਕਹਿੰਦਾ ਬੜੇ ਬੜੇ ਪੈਗੰਬਰ ਆਏ ਪਰ ਆ ਕੇ ਚਲੇ ਗਏ। ਗੁਰੂ ਰਾਮਦਾਸ ਜੀ ਆਏ, दरबार साहब में कीर्तन का रूप धारण करके सदा के लिए बैठ गए हैं, वो नहीं किते गए। कहता अब एक और जन्म लेना पड़ेगा, गुरु रामदास जी का सिख बनकर गुरु के शब्द की कमाई करूँगा, फिर मेरा उद्धार होगा। रविंद्रनाथ टैगोर आया, उन्हें जन गन मन लिखिया, पर जदों उन्हें गुरु रामदास जी के घर बैठ के गगन में थाल रब चंद दीपक बने शब्द सुनिया ना, कहन लगा मेरी बड़ी बड़ी मूर्खता सी, असली सचखंड ते गुरु रामदास जी का घर है। सो साध संगत जी, वो तपा गुरु रामदास जी का ही होके रह गया जी। गज के आखो धन गुरु रामदास साहब जी महाराज। हाँ अगे बोलो। मिल सत संगत में सुख जोइयो। ते फिर की बनया जी? साध संगत जी ਉਹ ਸਾਧ ਸੰਗਤ ਵਿੱਚ ਰਿਹਾ ਤੇ ਸਤ ਸੰਗਤ ਵਿੱਚ ਰਹਿ ਕੇ ਸੁਖੀ ਬਣਿਆ ਜੀ। ਉਹ ਜੀ ਉਹਨੇ ਸੁੱਖ ਲਿਆ, ਜਿਹੜਾ ਸੁੱਖ ਉਹਨੂੰ ਤੁਰ ਫਿਰ ਕੇ ਨਹੀਂ ਨਾ ਮਿਲਿਆ ਜੀ ਬੜੀਆਂ ਥਾਵਾਂ ਤੇ, ਉਹ ਗੁਰੂ ਕੀ ਸੰਗਤ ਵਿੱਚ ਬੈਠ ਕੇ ਮਿਲ ਗਿਆ ਜੀ। ਹਾਂਜੀ। ਨਿਕਟ ਰਹਿ ਕਬ ਅਨੰਤ ਸਿਧਾਰੈ, ਸ੍ਰੀ ਗੁਰ ਭਾਗ ਪੰਕਜ ਉਰ ਧਾਰੈ। ਨਿਕਟ ਰਹਿ ਕਬ ਅਨੰਤ ਸਿਧਾਰੈ। ਸਾਧ ਸੰਗਤ ਜੀ, ਮਹਾਰਾਜ ਦੇ ਨੇੜੇ ਰਹਿੰਦਾ ਹੈ ਜੀ, ਉਹਦਾ ਜਾਣ ਨੂੰ ਕਿਤੇ ਜੀ ਨਹੀਂ ਕਰਦਾ। ਕਦੀ ਕਦੀ ਉਹ ਤਪਾ ਕਿਤੇ ਜਾਂਦਾ, ਨਹੀਂ ਤੇ ਬਹੁਤਾ ਸਮਾਂ ਗੁਰੂ ਰਾਮਦਾਸ ਜੀ ਤੇ ਚਰਨਾਂ ਵਿੱਚ ਰਹਿੰਦਾ ਜੀ। ਵੇਖ ਲਓ ਕਮਾਲ ਦੀ ਗੱਲ ਹੈ ਜੀ। ਇੱਕ ਬੰਦਾ ਤੁਹਾਡਾ ਵਿਰੋਧ ਕਰਦਾ, ਤੁਹਾਡੇ ਕੋਲ ਆਉਂਦਾ ਲੜਨ ਵਾਸਤੇ, ਤਾਂ ਤੁਹਾਡਾ ਹੀ ਹੋ ਕੇ ਰਹਿ ਜਾਂਦਾ ਜੀ। ਇਹਨੂੰ ਪਤਾ ਕੀ ਕਹਿੰਦੇ? ਇਹਨੂੰ ਕਹਿੰਦੇ ਸਤਿਗੁਰੂ, ਇਹਨੂੰ ਕਹਿੰਦੇ ਨਾਮ ਦੀ ਕਮਾਈ। ਹਾਂਜੀ। ਨਿਤ ਸਿੱਖ ਦੇਸ਼ ਵਿਦੇਸ਼ਨ ਆਵੇ। ਹਰ ਰੋਜ਼ ਗੁਰੂ ਕੇ ਸਿੱਖ ਦੇਸ਼ਾਂ ਵਿਦੇਸ਼ਾਂ ਤੋਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਜੀ। ਹਾਂਜੀ। ਲੱਗੇ ਦਰਬ ਅਰਪਣ ਹਰ ਖਾਵਹਿ। ਤੇ ਸਾਧ ਸੰਗਤ ਜੀ, ਉਹ ਮਹਾਰਾਜ ਨੂੰ ਮੱਥਾ ਟੇਕਦੇ ਮਾਇਆ ਰੱਖ ਕੇ। ਕਿਉਂ? ਗੁਰੂ ਅਮਰਦਾਸ ਜੀ ਨੇ ਕਹਿਤਾ ਸੀ ਵੀ ਤੁਸੀਂ ਮਾਇਆ ਦਾ ਮੱਥਾ ਟਿਕਾਉਣਾ ਹੈ। ਮੱਥਾ ਟੇਕਦੇ ਆ, ਬੜੀ ਖੁਸ਼ੀ ਮਹਿਸੂਸ ਕਰਦੇ ਆ। ਹਾਂਜੀ। ਸ੍ਰੀ ਗੁਰ ਅਮਰਦਾਸ ਇੱਕ ਦਿਨ ਕੋ। ਇੱਕ ਦਿਨ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ, ਹਾਂਜੀ, ਚੱਲੇ ਖਰਚ ਲੇ ਇਤਨਕ ਧਨ ਕੋ। ਮਹਾਰਾਜ ਇੱਕ ਦਿਨ ਚ ਓਨੀ ਮਾਇਆ ਲੈਂਦੇ ਸੀ ਜਿਹਦੇ ਨਾਲ ਇੱਕ ਦਿਨ ਦਾ ਗੁਜ਼ਾਰਾ ਹੋ ਜਾਏ ਜੀ। ਹਾਂਜੀ।
ਅਰਪਹਿ ਅਦਿਕ ਸੋ ਦੇਤ ਹਟਾਏ। ਜੇ ਕੋਈ ਗੁਰੂ ਅਮਰਦਾਸ ਜੀ ਨੂੰ ਵੱਧ ਭੇਟਾ ਕਰ ਦਿੰਦਾ, ਮਹਾਰਾਜ ਮਨਾ ਕਰ ਦਿੰਦੇ ਵੀ ਨਹੀਂ ਅਸੀਂ ਨਹੀਂ ਲੈਣੇ। ਹਾਂਜੀ, ਨਿਸ ਬਾਸੁਰ ਬਹੁ ਦੇਗ ਚਲਾਏ। ਦਿਨ ਰਾਤ ਦੇਗ ਚੱਲਦੀ, ਪਰ ਮਹਾਰਾਜ ਬਹੁਤੀ ਨਹੀਂ ਸੀ ਮਾਇਆ ਲੈਂਦੇ ਜੀ। ਹਾਂਜੀ, ਸੰਚਹਿ ਕਰਿਓ ਨਾ ਕਰ ਮਹਿ ਏਤੂ। ਹਾਂਜੀ। ਏਕ ਦਿਵਸ ਭੋਜਨ ਹੋਏ ਜੇਤੂ। ਬਸ ਉਹਨਾਂ ਕੁ ਮਹਾਰਾਜ ਨੇ ਧਨ ਲੈਣਾ ਜਿਹਦੇ ਨਾਲ ਇੱਕ ਦਿਨ ਜਿੰਨਾ ਗੁਜ਼ਾਰਾ ਹੋ ਜਾਏ ਜੀ। ਹਾਂਜੀ, ਆਏ ਨਿਤਾ ਪ੍ਰਤ ਹੋਏ ਗੁਜਰਾਨਾ। ਨਿਜ ਸਰੀਰ ਲਗ ਆਸੂ ਪ੍ਰਾਨ ਠਾਨਾ। ਗੱਜ ਕੇ ਆਖੋ ਵਾਹਿਗੁਰੂ। ਤੇ ਮਹਾਰਾਜ ਨੇ ਇਹ ਪ੍ਰਣ ਉਹਨਾਂ ਚਿਰ ਤੱਕ ਰੱਖਿਆ ਜਿੰਨਾ ਚਿਰ ਤੱਕ ਮਹਾਰਾਜ ਦਾ ਸਰੀਰ ਸੀਗਾ ਜੀ। ਹਾਂਜੀ, ਜਿੰਨਾ ਚਿਰ ਤੱਕ ਸਰੀਰ ਸੀ ਨਾ, ਮਹਾਰਾਜ ਨੇ ਉਹਨਾਂ ਚਿਰ ਤੱਕ ਇਹ ਪ੍ਰਣ ਰੱਖਿਆ। ਕੌਡੀ ਨਹੀਂ ਵੱਧ ਰੱਖੀ ਕੋਲ ਜੀ ਆਪਣੇ ਜੀ। ਹਾਂਜੀ, ਚਤੁਰਥ ਪਾਤਸ਼ਾਹ ਗੁਣ ਖਾਨੀ। ਜਦੋਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਚੌਥੇ ਪਾਤਸ਼ਾਹ ਤਖਤ ਤੇ ਬੈਠੇ ਜੀ। ਹਾਂਜੀ, ਸੇਵਾ ਲਖਮੀ ਕੀਨ ਮਹਾਨੀ। ਬਸ ਫੇਰ ਉਹਨੂੰ ਲక్ష్ਮੀ ਆ ਗਈ ਜੀ ਕੋਲ ਜੀ। ਬੜੀ ਸੇਵਾ ਕੀਤੀ ਜੀ ਉਹਦੀ ਜੀ। ਹਾਂਜੀ, ਤੀਨ ਗੁਰਨ ਕੋ ਜਾਚਤ ਰਹੀ। ਤਿੰਨ ਗੁਰੂ ਸਾਹਿਬਾਂ ਤੇ ਦਰ ਤੇ ਖਲੋ ਕੇ ਲక్ష్ਮੀ ਅੰਦਰ ਆਗਿਆ ਆਉਣ ਵਾਸਤੇ ਮੰਗਦੀ ਤੇ ਮਹਾਰਾਜ ਆਗਿਆ ਨਹੀਂ ਸੀ ਦਿੰਦੇ ਜੀ। ਹਾਂਜੀ, ਤਉ ਸਮੀਪ ਕਰੀ ਕਿਮ ਨਹੀਂ। ਪਰ ਮਹਾਰਾਜ ਨੇ ਨੇੜੇ ਨਹੀਂ ਲਾਇਆ ਜੀ ਤਿੰਨ ਗੁਰੂਆਂ ਨੇ ਜੀ। ਹਾਂਜੀ, ਮਹਾਬਲੀ ਜੋਧਾ ਇਹੋ ਵੈਸੇ। ਪਰ ਚੌਥੇ ਪਾਤਸ਼ਾਹ ਬੜੇ ਵੱਡੇ ਮਹਾਬਲੀ ਯੋਧੇ ਬੈਠੇ ਤਖਤ ਤੇ ਜੀ। ਹਾਂਜੀ, ਜਾਚਣ ਲਖਮੀ ਕੋ ਲਖ ਤੈਸੇ। ਕਿ ਜਿਹੜਾ ਉਹਨਾਂ ਨੇ ਲక్ష్ਮੀ ਨੂੰ ਆਪਣੇ ਚਰਨੀ ਲਾ ਲਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਤੇ ਅੱਜ ਵੇਖ ਲਓ ਵਰਦੀ ਕਿ ਨਹੀਂ ਲక్ష్ਮੀ ਦੀ ਗੁਰੂ ਰਾਮਦਾਸ ਜੀ ਦੇ ਘਰ ਜੀ। ਪਤਾ ਹੀ ਨਹੀਂ ਲੱਗਦਾ, ਅੱਗੋਂ ਵੀ ਵਰੀ ਜਾਂਦੀ ਹੈ, ਪਿੱਛੋਂ ਵੀ ਵਰੀ ਜਾਂਦੀ ਹੈ, ਸਾਈਡਾਂ ਤੋਂ ਵੀ ਵਰੀ ਜਾਂਦੀ ਹੈ। ਅੰਗੀਕਾਰ ਕਰੀ ਤਬ ਆਈ। ਕਹਿੰਦੇ ਗੁਰੂ ਰਾਮਦਾਸ ਜੀ ਨੇ ਨਾ ਲక్ష్ਮੀ ਨੂੰ ਸਵੀਕਾਰ ਕਰ ਲਿਆ, ਮਾਇਆ ਨੂੰ ਸਵੀਕਾਰ ਕਰ ਲਿਆ। ਹਾਂਜੀ, ਅਰਪਹਿ ਆਨ ਸਿੱਖੈ ਸਮੁਦਾਈ। ਇਸ ਕਰਕੇ ਜਿਹੜੇ ਸਤਿਗੁਰੂ ਜੀ ਦੇ ਪਿਆਰੇ ਸਿੱਖ ਹੈ ਨਾ, ਉਹ ਗੁਰੂ ਰਾਮਦਾਸ ਸਾਹਿਬ ਜੀ ਨੂੰ ਆ ਕੇ ਮਾਇਆ ਭੇਟਾ ਕਰਦੇ ਆ। ਮਹਾਰਾਜ ਮਾਇਆ ਪ੍ਰਵਾਨ ਕਰ ਲੈਂਦੇ ਆ ਜੀ। ਹਾਂਜੀ, ਮਾਇਆ ਮਹਿ ਅਲੇਪ ਨਿਤ ਐਸੀ। ਪਰ ਸਾਧ ਸੰਗਤ ਜੀ, ਸਾਡੇ ਵਰਗੇ ਨੂੰ ਚਾਰ ਛਿੱਲੜ ਵੱਧ ਚੜ ਜਾਣ ਨਾ, ਤੇ ਸਾਨੂੰ ਹੁੰਦਾ ਵੀ ਹੁਣ ਵਰਤਣਾ ਕਿਵੇਂ ਹੈ। ਗੱਜ ਕੇ ਆਖੋ ਵਾਹਿਗੁਰੂ। ਬੁਰੇ ਪਾਸੇ ਧਿਆਨ ਜਾਏਗਾ, ਮਾੜੇ ਪਾਸੇ ਧਿਆਨ ਜਾਏਗਾ। ਮਹਾਰਾਜ ਮਾਇਆ ਵਿੱਚ ਅਲੇਪ ਰਹੇ ਜੀ। ਮਾਇਆ ਤੇ ਬੇਅੰਤ ਚੜ੍ਹਦੀ ਹੈ, ਪਰ ਮਨ ਉੱਤੇ ਖੁਸ਼ੀ ਨਹੀਂ ਹੈ। ਮਹਾਰਾਜ ਨਿਰਲੇਪ ਰਹਿੰਦੇ ਆ, ਮਾਇਆ ਦਾ ਅਸਰ ਨਹੀਂ ਕਬੂਲਦੇ। ਪਤਾ ਮਾਇਆ ਦਾ ਅਸਰ ਕੀ ਹੁੰਦਾ? ਸਭ ਤੋਂ ਜ਼ਿਆਦਾ ਮਾਇਆ ਦਾ ਅਸਰ ਸਭ ਤੋਂ ਜ਼ਿਆਦਾ ਇਹ ਹੁੰਦਾ ਹੈ, ਇਹ ਜਦੋਂ ਆਉਂਦੀ ਹੈ ਨਾ ਸਾਧ ਸੰਗਤ ਜੀ, ਉਦੋਂ ਰੱਬ ਨੂੰ ਭੁਲਾ ਦਿੰਦੀ ਹੈ। ਮਾੜੀ ਥਾਂ ਦੀ ਆ ਜਾਵੇ ਨਾ, ਕਿਸੇ ਨੇ ਗਲਤ ਕਮਾਈ ਨਾਲ, ਪਾਪਾਂ ਦੇ ਨਾਲ ਬੜੀ ਮਾਇਆ ਇਕੱਠੀ ਕੀਤੀ ਹੋਵੇ, ਉਹ ਤੁਹਾਨੂੰ 100 ਰੁਪਈਆ ਹੀ ਦੇ ਦੇ, ਉਹ 100 ਰੁਪਈਆ ਹੀ ਤੁਸੀਂ ਉਹਦਾ ਵਰਤ ਲਓ ਤੇ ਬਸ ਗਿਆ ਫਿਰ ਨਿਤਨੇਮ ਸਾਰਾ। ਉਹ ਛੱਕ ਕੇ ਨੀਂਦ ਹੀ ਇੰਨੀ ਆਉਂਦੀ ਹੈ, ਨਿਤਨੇਮ ਕਰਨ ਦਾ ਜੀ ਨਹੀਂ ਕਰਦਾ ਜੀ ਬੰਦੇ ਦਾ। ਬੰਦਾ ਕਹਿੰਦਾ ਛੱਡੋ ਪਰਾਂ, ਠਹਿਰ ਕੇ ਕਰ ਲਵਾਂਗੇ। ਉਹ ਠਹਿਰ ਹੀ ਜਾਂਦਾ ਹੈ ਤੇ ਪਾਠ ਨਹੀਂ ਹੁੰਦਾ ਜੀ। ਇਹ ਜਿਹੜੀ ਮਾਇਆ ਹੈ ਨਾ ਸਾਧ ਸੰਗਤ ਜੀ, ਇਹ ਵਾਹਿਗੁਰੂ ਨੂੰ ਭੁਲਾ ਦਿੰਦੀ ਹੈ। ਕਿਤੇ ਧਨਾੜ ਬੰਦੇ ਵਿਰਲੇ ਹੀ ਹੈ ਜਿਹੜੇ ਮਾਇਆ ਲੈ ਕੇ ਵੀ ਨਾਮ ਜਪਦੇ ਆ, ਨਹੀਂ ਤੇ ਸਾਧ ਸੰਗਤ ਜੀ ਸਾਰੇ ਧਨਾੜ ਭੁੱਲੇ ਹੀ ਬੈਠੇ ਹੁੰਦੇ ਰੱਬ ਨੂੰ ਜੀ। ਕਹਿੰਦੇ ਮਹਾਰਾਜ ਮਾਇਆ ਵਿੱਚ ਇਸ ਤਰੀਕੇ ਨਾਲ ਅਲੇਪ ਰਹਿੰਦੇ ਆ। ਮਹਾਰਾਜ ਉੱਤੇ ਮਾਇਆ ਦਾ ਅਸਰ ਇਸ ਤਰੀਕੇ ਨਾਲ ਨਹੀਂ ਹੈ। ਜਲ ਕਨ ਕਮਲ ਸ਼ੁਭੈ ਨਹਿ ਜੈਸੇ। ਜਿਵੇਂ ਸਾਧ ਸੰਗਤ ਜੀ ਕਮਲ ਦਾ ਫੁੱਲ ਹੁੰਦਾ ਤੇ ਚਿੱਕੜ ਵਿੱਚ ਹੈ, ਪਰ ਉਹਨੂੰ ਚਿੱਕੜ ਲੱਗਦਾ ਨਹੀਂ ਹੈ। ਗੱਜ ਕੇ ਆਖੋ ਵਾਹਿਗੁਰੂ। ਬਸ ਗੁਰਮੁਖਾਂ ਕੋਲ ਵੀ ਮਾਇਆ ਆਉਂਦੀ ਹੈ, ਗੁਰਮੁਖ ਵੀ ਇਹੋ ਹੀ ਬਿਰਤੀ ਰੱਖਦੇ ਆ। ਨਹੀਂ ਤੇ ਮਾਇਆ ਜਦੋਂ ਆਉਂਦੀ ਰੱਬ ਭੁੱਲ ਹੀ ਜਾਂਦਾ ਬੰਦੇ ਨੂੰ। ਭਾਈ ਵੀਰ ਸਿੰਘ ਜੀ ਆਪਣੀ ਜ਼ਿੰਦਗੀ ਦੀ ਉਦਾਹਰਣ ਦੱਸਦੇ, ਕਹਿੰਦੇ ਇੱਕ ਬੰਦਾ ਰਿਟਾਇਰ ਹੋਇਆ, ਉਹਨੇ ਫੰਕਸ਼ਨ ਪਾਰਟੀ ਕਰ ਰਹੀ ਸੀ, ਖੁੱਲੀ ਮਾਇਆ ਮਿਲੀ ਸੀ। ਉਹ ਮੇਰੇ ਨਾਲ ਸੁਨਿਆਰੇ ਕੋਲ ਗਿਆ, ਕਹਿੰਦਾ ਭਾਈ ਸਾਹਿਬ ਸੁਨਿਆਰਾ ਤੁਹਾਡਾ ਸਤਿਕਾਰ ਕਰਦਾ ਹੈ, ਮੇਰੇ ਨਾਲ ਚੱਲੋ। ਕਹਿੰਦੇ ਮੈਂ ਉਹਦੇ ਨਾਲ ਗਿਆ।
ਉਹ ਜਾ ਕੇ ਕਹਿਣ ਲੱਗਾ ਮੇਰੀ ਵਹੁਟੀ ਵਾਸਤੇ ਕਾਂਟੇ ਬਣਾ ਦਿਓ, ਹਾਰ ਬਣਾ ਦਿਓ, ਨੱਥ ਬਣਾ ਦਿਓ, ਜੇ ਬਣਾ ਦਿਓ, ਉਹ ਬਣਾ ਦਿਓ। ਭਾਈ ਸਾਹਿਬ ਕਹਿੰਦੇ ਮੈਂ ਪਹਿਲਾਂ ਸੋਚਿਆ ਵੀ ਇਹ ਕਿਹੜੇ ਕੰਮਾਂ 'ਚ ਪੈ ਗਿਆ। ਫਿਰ ਮੈਂ ਸੋਚਿਆ ਵੀ ਇਹਨੂੰ ਤੇ ਮਾਇਆ ਦੇ ਨਸ਼ੇ 'ਚ ਸਭ ਕੁਝ ਹੀ ਭੁੱਲਿਆ ਪਿਆ। ਤੇ ਕਹਿੰਦੇ ਵੀ ਮੈਨੂੰ ਪੁੱਛਦਾ ਭਾਈ ਸਾਹਿਬ ਤੁਸੀਂ ਵੀ ਕੁਝ ਬਣਵਾਉਣਾ, ਮਾਇਆ ਖੁੱਲੀ ਮਿਲੀ ਹੈ। ਤੇ ਭਾਈ ਸਾਹਿਬ ਕਹਿਣ ਲੱਗੇ ਹਾਂ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਨਾ ਚਾਂਦੀ ਦਾ ਚੌਰ ਸਾਹਿਬ ਬਣਾ ਦਿਓ। ਸੁਨਿਆਰੇ ਕੋ ਆਏ ਸੀ, ਕਹਿੰਦਾ ਉਹ ਭਾਈ ਸਾਹਿਬ ਕਹਿੰਦੇ ਉਹ ਮਹਾਰਾਜ ਵਾਸਤੇ ਤਾਂ ਚੇਤਾ ਹੀ ਨਹੀਂ ਮੈਨੂੰ ਵੀ ਕੁਝ ਬਣਾਉਣਾ ਹੈ। ਭਾਈ ਸਾਹਿਬ ਕਹਿੰਦੇ ਇੰਝ ਹੀ ਹੁੰਦਾ ਹੈ, ਚੇਤਾ ਭੁਲਾ ਦਿੰਦੀ ਹੈ। ਹਾਂਜੀ। ਅੰਗੀਕਾਰ ਕਰੀ ਤਬ ਆਈ, ਅਰਪੇ ਆਣ ਸਿੱਖੇ ਸਮੁਦਾਈ। ਮਹਾਰਾਜ ਗਰੀਬ ਨਵਾਜ ਗੁਰੂ ਰਾਮਦਾਸ ਜੀ ਨੇ ਮਾਇਆ ਨੂੰ ਨੇੜੇ ਲਾ ਲਿਆ, ਪਰ ਮਾਇਆ ਦਾ ਅਸਰ ਕੋਈ ਨਹੀਂ ਹੈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਇਹ ਰੱਬ ਦੇ ਭਗਤਾਂ ਦੀ ਕਾਰ ਕਮਾਉਂਦੀ ਹੈ। ਪਰ ਜੇ ਭਗਤ ਰੱਬ ਦਾ ਬਣਿਆ ਰਵੇ ਠੀਕ ਹੈ, ਨਹੀਂ ਤੇ ਬੰਦੇ ਨੂੰ ਆਪਣਾ ਭਗਤ ਬਣਾ ਲੈਂਦੀ ਹੈ। ਪ੍ਰਿਥਿਆ ਰਹਿਣ ਸਮੀਪੀ ਲਾਗਿਓ। ਉਹ ਤੁਸੀਂ ਸੁਣਿਆ ਹੋਣਾ ਜੀ, ਬੜੇ ਲੋਕ ਕਹਿੰਦੇ ਆ ਵੀ ਇਹ ਮਾਇਆ ਦਾ ਭਗਤ ਹੈਗਾ ਜੀ। ਹਾਂਜੀ, ਬੰਦੇ ਨੂੰ ਭਗਤ ਬਣਾ ਲੈਂਦੇ ਜੀ, ਪਰ ਮਹਾਰਾਜ ਨੇ ਦਲਮਲ ਕਰਕੇ ਰੱਖੀ ਜੀ ਇਹਨੂੰ ਜੀ। ਪ੍ਰਿਥਿਆ ਗੁਰੂ ਰਾਮਦਾਸ ਸਾਹਿਬ ਜੀ ਦਾ ਵੱਡਾ ਪੁੱਤਰ, ਉਹ ਮਹਾਰਾਜ ਦੇ ਨੇੜੇ ਰਹਿਣ ਲੱਗ ਪਿਆ ਜੀ। ਹਾਂਜੀ। ਧਨ ਆਗਮ ਤੇ ਮਨ ਅਨੁਰਾਗਿਓ। ਧੁਰੋਂ ਸੁਭਾਅ ਹੁੰਦਾ ਜੀ, ਵੱਖ-ਵੱਖ ਬੰਦਿਆਂ ਦਾ ਵੱਖ-ਵੱਖ ਸੁਭਾਅ ਹੈ। ਜਦੋਂ ਮਹਾਰਾਜ ਦੇ ਵੱਡੇ ਪੁੱਤਰ ਨੇ ਵੇਖਿਆ ਨਾ ਮਾਇਆ ਬੜੀ ਆਉਂਦੀ ਹੈ, ਉਹ ਫਿਰ ਮਹਾਰਾਜ ਦੇ ਨੇੜੇ ਹੀ ਰਹਿਣ ਲੱਗ ਪਿਆ ਜੀ। ਪਤਾ ਕਿਉਂ? ਉਹਨੂੰ ਮਾਇਆ ਆਉਂਦੀ ਚੰਗੀ ਬੜੀ ਲੱਗੇ ਜੀ। ਹਾਂਜੀ। ਸਰਬ ਸੰਭਾਰ ਦੇਗ ਚਲਾਵਹਿ। ਉਹ ਫਿਰ ਦੇਗ ਦਾ ਕੰਮ ਚਲਾਉਂਦੇ, ਲੰਗਰ ਦਾ ਕੰਮ ਚਲਾਉਂਦੇ, ਮਾਇਆ ਦਾ ਹਿਸਾਬ ਕਿਤਾਬ ਰੱਖਦੇ ਜੀ। ਹਾਂਜੀ। ਕਾਰ ਅਪਰ ਹਵੈ ਸੋ ਨਿਰਭਾਵਹਿ। ਉਹ ਕੰਮ ਹੋਰ ਕੰਮ ਕਰਦੇ, ਮਾਇਆ ਵਾਲੇ ਕੰਮ ਕਰਦੇ, ਮਹਾਰਾਜ ਦੇ ਲਾਗੇ ਰਹਿੰਦੇ, ਮਾਇਆ ਤੇ ਕਬਜ਼ਾ ਰੱਖਣ ਲੱਗ ਪਏ ਜੀ। ਕਈਆਂ ਦੀ ਸੁਰਤੀ ਗੋਲਕ ਤੇ ਹੀ ਟਿਕੀ ਹੁੰਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਧੁਰੋਂ ਸੰਸਕਾਰ ਹੀ ਇਹੋ ਜਿਹੇ ਆ ਜੀ। ਹਾਂਜੀ। ਮਹਾਦੇਵ ਮਨ ਮਸਤਰ ਹੰਤਾ। ਦੂਸਰੇ ਪੁੱਤਰ ਮਹਾਰਾਜ ਦੇ ਬਾਬਾ ਮਹਾਦੇਵ ਜੀ, ਉਹ ਮਸਤ ਸੁਭਾਅ ਦੇ ਸਨ ਜੀ, ਕਿਸੇ ਨਾਲ ਗੱਲਬਾਤ ਨਹੀਂ ਸੀ ਕਰਦੇ। ਹਾਂਜੀ। ਹਾਨ ਲਾਭ ਕੋ ਕਛ ਨਾ ਗਣੰਤਾ। ਉਹਨਾਂ ਵਾਸਤੇ ਕੋਈ ਹਾਨੀ ਨਹੀਂ, ਕੋਈ ਲਾਭ ਨਹੀਂ, ਉਹ ਇੱਕ ਰਸ ਆਪਣੇ ਆਨੰਦ ਵਿੱਚ ਰਹਿੰਦੇ ਸਨ। ਹਾਂਜੀ। ਰਿਦੇ ਪ੍ਰੇਮ ਪਿਤ ਗੁਰ ਕੋ ਭਾਰੀ। ਸ੍ਰੀ ਅਰਜਨ ਜੀ ਭਗਤ ਸੰਭਾਰੀ। ਗੱਜ ਕੇ ਆਖੋ ਵਾਹਿਗੁਰੂ। ਬਾਬਾ ਮਹਾਦੇਵ ਜੀ ਨੂੰ ਕਿਸੇ ਨਾਲ ਕੋਈ ਸੰਬੰਧ ਨਹੀਂ ਜੀ। ਬਾਬੇ ਪ੍ਰਿਥੀਏ ਦਾ ਸੰਬੰਧ ਮਾਇਆ ਨਾਲ ਪਿਆਰ ਹੈ। ਤੇ ਮਹਾਰਾਜ ਦੇ ਛੋਟੇ ਪੁੱਤਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਉਹਨਾਂ ਨੂੰ ਭਗਤੀ ਨਾਲ ਪਿਆਰ ਹੈ ਜੀ। ਉਹਨਾਂ ਨੂੰ ਗੁਰੂ ਸਾਹਿਬ ਨਾਲ ਪਿਆਰ ਹੈ। ਵੇਖੋ, ਇੱਕੋ ਪਿਓ ਦੇ ਪੁੱਤਰ ਨੇ, ਇੱਕੋ ਪਿਤਾ ਦੇ ਪੁੱਤਰ ਨੇ, ਪਰ ਫਰਕ ਕਿੰਨਾ 'ਚ ਹੈ, ਸੁਭਾਵਾਂ ਦਾ ਫਰਕ ਕਿੰਨਾ ਹੈ। ਪਿਆਰਿਓ, ਇਹ ਧੁਰੋਂ ਬੰਦੇ ਦੇ ਜਿਹੋ ਜਿਹੇ ਸੰਸਕਾਰ ਹੋਣ ਨਾ, ਉਹੋ ਜਿਹੀ ਖੇਡ ਚੱਲਦੀ ਹੈ ਜੀ। ਹਾਂਜੀ। ਜਨਨੀ ਭਾਨੀ ਕੀ ਅਨੁਸਾਰੇ। ਉਹ ਹੁਣ ਗੁਰੂ ਅਰਜਨ ਸਾਹਿਬ ਆਪਣੀ ਮਾਤਾ ਦੇ ਅਨੁਸਾਰ ਰਹਿੰਦੇ ਆ, ਮਾਤਾ ਭਾਨੀ ਜੀ ਦੇ ਅਨੁਸਾਰ। ਹਾਂਜੀ। ਬੰਧਨ ਕਰਹਿ ਸੇਵਕੋ ਪਾਰੇ। ਮੱਥਾ ਵੀ ਟੇਕਦੇ ਆ ਤੇ ਸੇਵਾ ਵੀ ਕਰਦੇ ਆ ਜੀ। ਮਾਇਆਧਾਰੀ ਬੰਦੇ ਘੱਟ ਹੀ ਕਿਸੇ ਨੂੰ ਮੱਥਾ ਟੇਕ ਕੇ ਰਾਜੀ ਹੁੰਦੇ ਜੀ। ਹਾਂਜੀ। ਸੁਖ ਚਿਤ ਰਹਿ ਪਿਤਾ ਤੇ ਮਨ ਮਹਿ। ਗੁਰੂ ਅਰਜਨ ਸਾਹਿਬ ਦਾ ਇੱਕ ਹੋਰ ਗੁਣ ਹੈ ਜੀ, ਉਹ ਗੁਰੂ ਰਾਮਦਾਸ ਜੀ ਤੋਂ ਸੰਕੋਚ ਕਰਦੇ ਆ। ਉਹਨਾਂ ਦੇ ਨੇੜੇ ਜਾਣ 'ਚ ਭੈ ਮੰਨਦੇ ਆ, ਕਿਉਂਕਿ ਉਹਨਾਂ ਨੂੰ ਪਤਾ ਹੈ ਮੇਰੇ ਪਿਤਾ ਗੁਰੂ ਬਹੁਤ ਵੱਡੀ ਹਸਤੀ ਹੈ, ਉਹਨਾਂ ਦੇ ਨੇੜੇ ਆਮ ਬੰਦਾ ਨਹੀਂ ਜਾਣਾ ਚਾਹੀਦਾ ਜੀ। ਨਿਮਰਤਾ ਦੇ ਕਰਕੇ ਜਾਂਦੇ ਨਹੀਂ ਹੈ। ਹਾਂਜੀ। ਵਿਵਹਾਰੀ ਕਿਮ ਭਏ ਨਾ ਧਨ ਮਹਿ। ਤੇ ਧਨ ਵਿੱਚ ਤੇ ਧਿਆਨ ਹੀ ਨਹੀਂ ਗੁਰੂ ਅਰਜਨ ਸਾਹਿਬ ਨੇ ਦਿੱਤਾ ਵੀ ਕਿੰਨੀ ਮਾਇਆ ਆ ਰਹੀ ਤੇ ਕਿੰਨੀ ਜਾ ਰਹੀ ਹੈ। ਇਸ ਕੰਮ ਵਿੱਚ ਗੁਰੂ ਅਰਜਨ ਦੇਵ ਜੀ ਨੇ ਕਦੀ ਧਿਆਨ ਹੀ ਨਹੀਂ ਦਿੱਤਾ। ਗੱਜ ਕੇ ਆਖੋ ਵਾਹਿਗੁਰੂ। ਤੇ ਬਾਬਾ ਪ੍ਰਿਥੀਆ ਜੀ ਦਾ ਧਿਆਨ ਹੀ ਇਸ ਪਾਸੇ ਸੀਗਾ ਜੀ। ਹਾਂਜੀ। ਅਲਪ ਵੈਸ ਮਹਿ ਸਗਰੇ ਜਾਣਹਿ। ਸਾਰੇ ਜਾਣਦੇ ਆ ਵੀ ਅਰਜਨ ਜੀ ਦੀ ਉਮਰ ਛੋਟੀ ਹੈ। ਹਾਂਜੀ। ਜਾਂ ਤੇ ਨਹਿ ਵਿਵਹਾਰ ਪਛਾਨਹਿ। ਤੇ ਉਹ ਸੋਚਦੇ ਆ ਵੀ ਇਸ ਕਰਕੇ ਇਹਨਾਂ ਨੂੰ ਨਾ ਪਤਾ ਨਹੀਂ ਹੈ ਘਰ ਦੇ ਕੰਮਕਾਰ ਕਿਵੇਂ ਕਰਨੇ ਆ, ਕੀ ਖੇਡ ਹੈ, ਇਹਨਾਂ ਨੂੰ ਪਤਾ ਹੀ ਨਹੀਂ ਵੀ ਮੈਂ ਕਿਹਨਾਂ ਦਾ ਪੁੱਤਰ ਆ।
ਹੁਣ ਲੋਕਾਂ ਨੂੰ ਕੀ ਪਤਾ ਵੀ ਵਿੱਚੋਂ ਕੀ ਖੇਡ ਹੈਗੀ ਹੈ ਜੀ। ਹਾਂਜੀ ਪਿਤਾ ਗੁਰੂ ਸਭ ਜਨ ਹੈ ਪ੍ਰੀਤ, ਹਾਂਜੀ ਜਿਮ ਵਰਤਤ ਜਨ ਗਣ ਕੇ ਚੀਤ। ਗੱਜ ਕੇ ਆਖੋ ਵਾਹਿਗੁਰੂ। ਤੇ ਸਾਰੇ ਇਹ ਜਾਣਦੇ ਵੀ ਜਿਵੇਂ ਆਮ ਬੰਦੇ ਹੁੰਦੇ ਆ, ਪਰ ਪਿਤਾ ਗੁਰੂ ਸਭ ਜਨ ਹੈ ਪ੍ਰੀਤ। ਲੋਕ ਕਹਿੰਦੇ ਆ ਅਰਜਨ ਸਾਦਾ ਹੈ, ਇਹਨੂੰ ਪਤਾ ਕੁਝ ਨਹੀਂ ਹੈ, ਪਰ ਗੁਰੂ ਰਾਮਦਾਸ ਜੀ ਨੂੰ ਪਤਾ ਹੈ ਇਹ ਕੌਣ ਹੈ। ਇਹ ਉਹ ਪੁਰਸ਼ ਹੈ ਜਿਹਨੇ ਸਾਡੀ ਗੱਦੀ ਤੇ ਬੈਠਣਾ ਹੈ। ਇਹ ਆਉਣ ਵਾਲੇ ਸਤਿਗੁਰੂ ਨੇ, ਇਹ ਜਨਮ ਤੋਂ ਭਗਤ ਨੇ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਇਹ ਜਨਮ ਤੋਂ ਬ੍ਰਹਮ ਗਿਆਨੀ ਹਨ। ਲੋਕਾਂ ਦਾ ਕੀ ਹੈ, ਲੋਕ ਜੋ ਮਰਜ਼ੀ ਕਿਆਸ ਲਾਈ ਜਾਣ, ਅੰਦਾਜ਼ੇ ਲਾਈ ਜਾਣ ਜੀ। ਹਾਂਜੀ ਗੁਰੂ ਰਾਮਦਾਸ ਜੀ ਜਾਣਦੇ ਵੀ ਗੁਰੂ ਅਰਜਨ ਸਾਹਿਬ ਕੌਣ ਹੈ, ਦੂਜਾ ਨਹੀਂ ਜਾਣਦਾ ਜੀ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਇਹ ਬ੍ਰਹਮ ਗਿਆਨੀ ਦੀ ਗਤੀ ਬ੍ਰਹਮ ਗਿਆਨੀ ਨੂੰ ਪਤਾ ਹੈ, ਦੂਜੇ ਨੂੰ ਕੀ ਪਤਾ ਹੈ ਜੀ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਅੱਗੋਂ ਹੁਣ ਮਹਾਰਾਜ ਜੀ ਦੀ ਕਥਾ ਸ਼ੁਰੂ ਹੋਏਗੀ। ਕੁਝ ਪਰਿਵਾਰ ਦੇ ਬਚਨ ਆਇਆ ਕਰਨਗੇ, ਕੁਝ ਬਚਨ ਸਿੱਖਾਂ ਦੇ ਆਇਆ ਕਰਨਗੇ, ਕੁਝ ਮਹਾਰਾਜ ਕਿਵੇਂ ਕਿਵੇਂ ਕਿਹਨੂੰ ਕਿਹਨੂੰ ਤਾਰਦੇ ਆ ਉਹ ਬਚਨ ਆਇਆ ਕਰਨਗੇ। ਇਹ ਸਾਰੇ ਬਚਨ ਆਪਾਂ ਸਾਧ ਸੰਗਤ ਦੀ ਅਗਲੇ ਦਿਨਾਂ ਵਿੱਚ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਦੇ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।